ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਅੱਜ ਤੁਹਾਡੇ ਲਈ ਬਹੁਤ ਖਾਸ ਸ਼ੋਅ ਲੈ ਕੇ ਆਇਆ। ਆਪਾਂ ਸਾਰੇ ਬਹੁਤ ਸਕੂਨ ਦੇ ਨਾਲ ਸੌਂਦੇ ਹਾਂ ਹਰ ਰਾਤ, ਬਹੁਤ ਬੇਫਿਕਰ ਹੋ ਕੇ ਕਿ ਸਾਡੀ ਸੁਰੱਖਿਆ ਦੇ ਵਿੱਚ ਕੋਈ ਲੱਗਿਆ ਹੋਇਆ। ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਸਕੂਨ ਸਾਡੇ ਅੰਦਰ ਆਉਂਦਾ ਕਿਵੇਂ। ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਦੇਸ਼ ਦੀ ਰਾਖੀ ਜੋ ਕਰ ਰਹੇ ਨੇ ਉਹ ਕਿਵੇਂ ਰਾਖੀ ਕਰ ਰਹੇ ਨੇ, ਕਿਸ ਸਰਕਮਸਟੈਂਸਿਸ ਦੇ ਵਿੱਚ, ਕਿਹੋ ਜਿਹੇ ਮੌਸਮ ਦੇ ਵਿੱਚ, ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਰਾਖੀ ਦੇਸ਼ ਦੀ ਕਰਦੇ ਨੇ, ਤੁਹਾਡੀ ਸਾਡੀ, ਤਾਂ ਕਿ ਅਸੀਂ ਸੁਰੱਖਿਅਤ ਮਹਿਸੂਸ ਕਰੀਏ। ਅੱਜ ਦਾ ਸ਼ੋਅ ਤੁਸੀਂ ਪੂਰਾ ਦੇਖਿਓ ਔਰ ਪੂਰਾ ਸ਼ੋਅ ਦੇਖਣ ਤੋਂ ਬਾਅਦ ਤੁਹਾਨੂੰ ਨੀਂਦ ਯਕੀਨ ਮੰਨੋ ਹੋਰ ਆਰਾਮ ਨਾਲ ਆਏਗੀ, ਹੋਰ ਸਕੂਨ ਵਾਲੀ ਆਏਗੀ। ਸਤਿ ਸ੍ਰੀ ਅਕਾਲ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਮੈਂ ਹਾਂ ਸਰਬਜੋਤ ਕੌਰ। ਅੱਜ ਅਸੀਂ ਪਹੁੰਚੇ ਹਾਂ ਇੰਡੀਆ ਪਾਕਿਸਤਾਨ ਬਾਰਡਰ ਤੇ, ਜਿੱਥੇ ਕਿ ਦੇਸ਼ ਦੇ BSF ਦੇ ਜਵਾਨ, ਬਾਰਡਰ ਸਿਕਿਉਰਿਟੀ ਫੋਰਸ ਦੇ ਜਵਾਨ ਦਿਨ ਰਾਤ ਡਟੇ ਹੋਏ ਨੇ ਤਾਂ ਜੋ ਦੇਸ਼ ਦੀ ਸੀਮਾ ਦੀ ਸੁਰੱਖਿਆ ਕਰ ਸਕਣ। ਤੇ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ, ਕਿਸ ਹੌਸਲੇ ਨਾਲ, ਕਿਸ ਜਜ਼ਬੇ ਨਾਲ ਇਹਨਾਂ ਜਵਾਨਾਂ ਦੇ ਵੱਲੋਂ BSF ਬਾਰਡਰ ਸਿਕਿਉਰਿਟੀ ਫੋਰਸ ਦੇ ਵੱਲੋਂ ਦੇਸ਼ ਦੀ ਰਾਖੀ ਕੀਤੀ ਜਾ ਰਹੀ ਹੈ। और ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਉਹ ਚੀਜ਼ ਤੁਹਾਡੇ ਤੱਕ ਪਹੁੰਚਾਈਏ ਜੋ ਪਹੁੰਚਾਈ ਜਾਣੀ ਜ਼ਰੂਰੀ ਹੈ, ਔਰ ਇਹ ਵੀ ਕੋਸ਼ਿਸ਼ ਕਰਾਂਗੇ ਕਿ ਦੇਸ਼ ਦੀ ਸੁਰੱਖਿਆ ਜਿਵੇਂ ਬਾਰਡਰ ਦੇ ਜਵਾਨ ਕਰ ਰਹੇ ਨੇ ਉਸੇ ਤਰੀਕੇ ਨਾਲ ਅਸੀਂ ਵੀ ਉਹੀ ਐਲੀਮੈਂਟਸ ਤੁਹਾਡੇ ਤੱਕ ਪਹੁੰਚਾਈਏ ਜੋ ਇਜਾਜ਼ਤ ਹੈ, ਯਾਨੀ ਕਿ ਜਿਸ ਦੇ ਨਾਲ ਦੇਸ਼ ਦੇ ਦੁਸ਼ਮਣ ਕੋਈ ਫਾਇਦਾ ਨਹੀਂ ਚੁੱਕਣਗੇ। ਤਾਂ ਅੱਜ ਦਾ ਸ਼ੋਅ ਬੇहद ਖਾਸ ਸਾਡੇ ਦਰਸ਼ਕਾਂ ਦੇ ਲਈ। ਤਾਂ ਸਰਹੱਦ ਤੇ ਵੱਖ-ਵੱਖ ਤਰੀਕੇ ਦੇ ਨਾਲ ਪੈਟਰੋਲਿੰਗ ਕੀਤੀ ਜਾਂਦੀ ਹੈ ਔਰ ਸਮੇਂ-ਸਮੇਂ ਦੇ ਉੱਤੇ, ਔਰ ਬਾਰਡਰ ਨੂੰ ਇਸ ਤਰੀਕੇ ਨਾਲ ਐਕਟਿਵ ਰੱਖਿਆ ਜਾਂਦਾ ਹੈ ਤਾਂ ਕਿ ਕੋਈ ਉੱਥੇ ਪਰਿੰਦਾ ਵੀ ਪਰ ਨਾ ਮਾਰ ਸਕੇ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਔਰ ਪੈਟਰੋਲਿੰਗ ਪਾਰਟੀ ਦੇ ਨਾਲ ਜਾਣ ਦੀ, ਔਰ ਫੈਂਸਿੰਗ ਜਾਂ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਕਿਸ ਤਰੀਕੇ ਦੇ ਮਾਹੌਲ ਹੁੰਦਾ ਹੈ। ਮੈਂ ਵੀ ਤੁਹਾਨੂੰ ਦੱਸ ਦਵਾਂ ਕਿ ਇਸ ਸਮੇਂ ਕਰੀਬ ਰਾਤ ਦੇ 2 ਵੱਜ ਰਹੇ ਨੇ ਔਰ ਕਿਸ ਤਰੀਕੇ ਨਾਲ ਉੱਥੇ ਇੰਨੀ ਰਾਤ ਨੂੰ ਔਰ ਪੂਰੀ ਰਾਤ ਇਹ ਪੈਟਰੋਲਿੰਗ ਹੁੰਦੀ ਹੈ। ਅੱਜ ਦੇ ਅਸੀਂ ਸ਼ੋਅ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਾਂਗਾ। ਉੱਥੇ ਗੱਡੀਆਂ ਦੇ ਜ਼ਰੀਏ ਵੀ ਪੈਟਰੋਲਿੰਗ ਹੁੰਦੀ ਹੈ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਕਾਰ ਦੇ ਵਿੱਚ ਜਾ ਕੇ, ਇਸ ਗੱਡੀ ਦੇ ਵਿੱਚ ਜਾ ਕੇ ਅਸੀਂ ਉੱਥੇ ਜਿਹੜੇ ਜਵਾਨ ਮੁਸੀਬਤਾਂ ਜਾਂ ਕਹੀਏ ਕਿ ਚੈਲੰਜਸ ਨੂੰ ਫੇਸ ਕਰ ਰਹੇ ਨੇ ਉਹ ਤੁਹਾਡੇ ਤੱਕ ਪਹੁੰਚਾਈਏ। ਔਰ ਸਰਬ ਵੀ ਮੇਰੇ ਨਾਲ ਹੋਣਗੇ। ਸਰਬ, ਅਲੱਗ-ਅਲੱਗ ਤਰੀਕੇ ਨਾਲ ਪੈਟਰੋਲਿੰਗ ਹੈ, ਤੁਸੀਂ ਕਿਸ ਤਰੀਕੇ ਨਾਲ ਜਾ ਰਹੇ ਹੋ? ਗੌਰਵ, ਮੈਂ ਜਾਵਾਂਗੀ ਮਹਿਲਾ ਜਵਾਨਾਂ ਨਾਲ, ਮਹਿਲਾ BSF ਜਵਾਨਾਂ ਨਾਲ ਜੋ ਦਿਨ ਰਾਤ ਦੇਸ਼ ਦੀ ਸੁਰੱਖਿਆ ਦੀ ਰਾਖੀ ਲਈ ਤੈਨਾਤ ਨੇ, ਤੇ ਉਹਨਾਂ ਦੇ ਨਾਲ ਜਾਵਾਂਗੀ ਤੇ ਦੇਖਾਂਗੇ, ਜਾਣਾਂਗੇ ਉਹਨਾਂ ਤੋਂ ਕੀ ਉਹਨਾਂ ਦੇ ਵੱਲੋਂ ਜੋ ਚੈਲੰਜਸ ਨੇ ਉਹ ਫੇਸ ਕੀਤੇ ਜਾਂਦੇ ਨੇ। ਬਿਲਕੁਲ, ਇਹ ਅਲੱਗ-ਅਲੱਗ ਟਾਈਮ ਦੇ ਉੱਤੇ ਇੱਥੋਂ ਜਿਹੜੀ ਪੈਟਰੋਲਿੰਗ ਪਾਰਟੀਆਂ ਨਿਕਲਦੀਆਂ ਨੇ ਔਰ ਸ਼ੁਰੂਆਤ ਕਰਦੇ ਹਾਂ। ਮੈਂ ਪਹਿਲਾਂ ਨਿਕਲ ਰਹੀ ਹਾਂ, ਉਸ ਤੋਂ ਬਾਅਦ ਸਰਬ ਵੀ ਦੂਸਰੀ ਪਾਰਟੀ ਦੇ ਨਾਲ ਨਿਕਲੇਗੀ ਔਰ ਮੈਂ ਇਸ ਕਾਰ ਦੇ ਵਿੱਚ ਇੱਥੋਂ ਅਸੀਂ ਰਵਾਨਾ ਹੋਵਾਂਗੇ ਔਰ ਉਸ ਤੋਂ ਬਾਅਦ ਦੇਖਦੇ ਹਾਂ ਕਿ ਅੱਗੇ ਜਾ ਕੇ ਫੈਂਸਿੰਗ ਦੇ ਉੱਤੇ ਕਿਹੋ ਜਿਹਾ ਮਾਹੌਲ ਹੁੰਦਾ ਔਰ ਕਿਸ ਤਰੀਕੇ ਨਾਲ ਉੱਥੇ ਚੈਲੰਜਸ ਫੇਸ ਕਰਨੇ ਪੈਂਦੇ ਨੇ। ਤਾਂ ਕਾਰ ਦੇ ਵਿੱਚ ਬੈਠ ਚੁੱਕੇ ਹਾਂ। ਅੱਗੇ ਵੀ ਪੈਟਰੋਲਿੰਗ ਦੇ ਲਈ ਜਿਹੜੀ ਪਾਰਟੀਆਂ ਹੈਗੀਆਂ ਨੇ ਔਰ ਇਸ ਤੋਂ ਪਿੱਛੇ ਵੀ ਕੁਝ ਗੱਡੀਆਂ ਹੋਣਗੀਆਂ ਜਿਹੜੀਆਂ ਇਸ ਪੂਰੀ ਪੈਟਰੋਲਿੰਗ ਪਾਰਟੀ ਦੇ ਨਾਲ ਨਿਕਲਦੀਆਂ ਨੇ ਔਰ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਅਸੀਂ ਰਸਤੇ ਦੀਆਂ, ਕਿਉਂਕਿ ਬਿਲਕੁਲ ਫੈਂਸਿੰਗ ਦੇ ਆਲੇ ਦੁਆਲੇ ਕੱਚਾ ਰਸਤਾ ਹੈ, ਉਹ ਵੀ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਸਕੀਏ। ਇੱਥੋਂ ਨਿਕਲ ਚੁੱਕੇ ਹਾਂ। ਅੱਗੇ ਇਸ ਕਾਰ ਦੇ ਕੁਝ ਜਵਾਨ ਬੈਠੇ ਹੋਏ ਨੇ ਔਰ ਅੱਗੇ ਵੀ ਤੁਹਾਨੂੰ ਤਸਵੀਰਾਂ ਹੋਰ ਦਿਖਾਵਾਂਗੇ। ਜੋ ਬੇਸ ਕੈਂਪ ਬਣਾਇਆ ਹੁੰਦਾ BSF ਨੇ, ਉੱਥੋਂ ਇਹ ਪੂਰਾ ਟਰੂਪਸ ਨਿਕਲ ਚੁੱਕੇ ਹੈ ਔਰ ਹੌਲੀ-ਹੌਲੀ ਹੁਣ ਅਸੀਂ ਵਧ ਰਹੇ ਹਾਂ ਅੱਗੇ। ਬਿਲਕੁਲ ਜਦੋਂ ਅਸੀਂ ਫੈਂਸਿੰਗ ਦੇ ਨੇੜੇ ਪਹੁੰਚ ਜਾਵਾਂਗੇ ਔਰ ਬਿਲਕੁਲ ਥੋੜਾ ਜਿਹਾ ਰਸਤਾ ਤੁਸੀਂ ਕਹਿ ਸਕਦੇ ਹੋ ਜਿੱਥੇ ਪੱਕਾ ਹੈ ਔਰ ਉਸ ਤੋਂ ਬਾਅਦ ਅੱਗੇ ਬਿਲਕੁਲ ਕੱਚਾ ਰਸਤਾ ਹੋਏਗਾ। ਔਰ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਗੱਡੀਆਂ ਜਿਹੜੇ ਟਰੂਪਸ ਹੈਗੇ ਨੇ ਔਰ ਇਹ ਦਿਨ ਰਾਤ ਇਸ ਤਰੀਕੇ ਨਾਲ ਹੀ ਪੈਟਰੋਲਿੰਗ ਇੱਥੇ ਹੁੰਦੀ ਹੈ ਤਾਂ ਕਿ ਜਿਹੜੀ ਸੁਰੱਖਿਆ ਹੈ ਪੂਰੀ ਸਰਹੱਦ ਦੀ ਚਾਕ ਚੌਬੰਦ ਰਹੇ। ਔਰ ਅਲੱਗ-ਅਲੱਗ BPO ਹੁੰਦੀਆਂ ਨੇ ਇੱਥੇ ਸਰਹੱਦ ਦੇ ਉੱਤੇ ਔਰ ਉਹਨਾਂ ਦੇ ਉੱਤੇ ਅਲੱਗ-ਅਲੱਗ ਜਿਹੜੀਆਂ ਬਟਾਲੀਅਨਸ ਉਹ ਤੈਨਾਤ ਹੁੰਦੀਆਂ ਨੇ। ਕਿਹੜੀ ਬਟਾਲੀਅਨ ਕਿੱਥੇ ਹੈ ਇਹ ਟੌਪ ਸੀਕ੍ਰੇਟ ਰਹਿੰਦਾ ਹਮੇਸ਼ਾ, ਇਸ ਕਰਕੇ ਅਸੀਂ ਵੀ ਰਿਵੀਲ ਨਹੀਂ ਕਰਾਂਗੇ ਕਿ ਅੱਜ ਅਸੀਂ ਬਾਰਡਰ ਦੇ ਕਿਹੜੇ ਹਿੱਸੇ ਦੇ ਵਿੱਚ ਹੈ ਔਰ ਕਿਹੜੀ ਬਟਾਲੀਅਨ ਦੇ ਨਾਲ ਅਸੀਂ ਇਸ ਸਮੇਂ ਹੈਗੇ ਹਾਂ। ਇੱਕ ਮੈਂ ਚੀਜ਼ ਹੋਰ ਕਲੀਅਰ ਕਰ ਦੇਵਾਂ ਕਿ ਅਸੀਂ ਇਸ ਸਮੇਂ ਇੰਡੀਆ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੈ ਔਰ ਇਹ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ। ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਕਿੱਥੇ ਹੈ ਔਰ ਸਪੈਸੀਫਿਕਲੀ ਕਿਹੜੀ ਜਗ੍ਹਾ ਹੈ, ਇਹ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ, ਇਸ ਕਰਕੇ ਇਹ ਸਾਨੂੰ ਵੀ ਹਦਾਇਤਾਂ ਇੱਥੇ ਦਿੱਤੀਆਂ ਗਈਆਂ ਨੇ ਕਿ ਅਸੀਂ ਇਸ ਨੂੰ ਰਿਵੀਲ ਨਾ ਕਰੀਏ ਔਰ ਇੱਕ ਭਾਰਤੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਵੀ ਹੈ। ਅਸੀਂ ਅੱਗੇ ਵਧਦੇ ਰਹਾਂਗੇ ਔਰ ਇਸੇ ਤਰੀਕੇ ਨਾਲ ਤੁਹਾਡੇ ਤੱਕ ਤਸਵੀਰਾਂ ਅੱਗੇ ਹੋਰ ਵੀ ਪਹੁੰਚਾਵਾਂਗੇ। ਤਾਂ ਬਿਲਕੁਲ ਇਹੀ ਕੱਚਾ ਰਸਤਾ ਜਿਸ ਤੋਂ ਰੋਜ਼ਾਨਾ ਸਾਡੇ ਦੇਸ਼ ਦੇ ਜਵਾਨਾਂ ਨੂੰ ਨਿਕਲਣਾ ਪੈਂਦਾ ਹੈ ਔਰ ਇੱਥੋਂ ਹੀ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਨਿਕਲਦੀਆਂ ਨੇ, ਫੈਂਸਿੰਗ ਤੱਕ ਪਹੁੰਚਣਾ ਹੁੰਦਾ ਉਹਨਾਂ ਨੇ ਔਰ ਫੈਂਸਿੰਗ ਤੇ 24/7 ਤੇ ਕੋਈ ਵੀ
ਸਾਲ ਦਾ ਦਿਨ ਹੋਵੇ ਔਰ ਕਿਸੇ ਵੀ ਤਰੀਕੇ ਦੇ ਹਾਲਾਤ ਹੋਣ, ਮੀਂਹ ਹੋਵੇ, ਹਨੇਰੀ ਹੋਵੇ, ਕੋਈ ਝੱਖੜ ਹੋਵੇ, ਇਸ ਤਰੀਕੇ ਨਾਲ ਹੀ ਜ਼ਬਰਦਸਤ ਤਰੀਕੇ ਨਾਲ ਇਹ ਸਿਕਿਉਰਿਟੀ ਹਮੇਸ਼ਾ ਕਰਦੇ ਰਹਿੰਦੇ ਨੇ। ਔਰ ਫੈਂਸਿੰਗ ਦੇ ਨੇੜੇ ਕੀ ਕੁਝ ਮਾਹੌਲ ਹੈ, ਅੱਗੇ ਥੋੜੀ ਦੇਰ ਦੇ ਵਿੱਚ ਉਹ ਵੀ ਤੁਹਾਨੂੰ ਨਜ਼ਰ ਆਏਗਾ। ਅਸੀਂ ਬਿਲਕੁਲ ਫੈਂਸਿੰਗ ਦੇ ਨੇੜੇ ਹੋਵਾਂਗੇ, ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੋਵਾਂਗੇ ਔਰ ਬਿਲਕੁਲ ਉੱਥੋਂ ਤੁਹਾਨੂੰ ਨਜ਼ਦੀਕ ਤੋਂ ਦਿਖਾਵਾਂਗੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਜਿਹੜੇ ਸੁਰੱਖਿਆ ਦੇ ਵਿੱਚ ਦੇਸ਼ ਦੇ ਜਵਾਨ ਤੈਨਾਤ ਹੁੰਦੇ ਨੇ। ਤਾਂ ਸਾਡੀਆਂ ਗੱਡੀਆਂ ਇਸ ਸਮੇਂ ਫੈਂਸਿੰਗ ਦੇ ਬਿਲਕੁਲ ਨੇੜੇ ਪਹੁੰਚ ਚੁੱਕੀਆਂ ਨੇ ਔਰ ਫੈਂਸਿੰਗ ਬਿਲਕੁਲ ਜੀ ਹਾਂ, ਫੈਂਸਿੰਗ ਦੇ ਅਸੀਂ ਬਿਲਕੁਲ ਨਾਲ ਪਹੁੰਚ ਚੁੱਕੇ ਹਾਂ ਔਰ ਫੈਂਸਿੰਗ ਦੇ ਆਲੇ ਦੁਆਲੇ ਜੋ ਮੈਂ ਪਹਿਲਾਂ ਕਹਿ ਰਿਹਾ ਸੀ ਬਹੁਤ ਸੈਂਸਿਟਿਵ ਏਰੀਆ ਲਾਜ਼ਮੀ ਤੌਰ ਦੇ ਉੱਤੇ ਹੈ ਔਰ ਇਸ ਸੈਂਸਿਟਿਵ ਏਰੀਆ ਦੇ ਵਿਚਾਲੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਫੈਂਸਿੰਗ ਕਿਸ ਤਰੀਕੇ ਦੇ ਨਾਲ ਇੱਥੇ ਕੀਤੀ ਗਈ ਹੈ ਔਰ ਫੈਂਸਿੰਗ ਨੂੰ ਲੈ ਕੇ ਕੀ ਕੁਝ ਇੱਥੇ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਪੁਖਤਾ ਇੰਤਜ਼ਾਮ ਨੇ, ਉਹ ਵੀ ਤੁਹਾਨੂੰ ਦੱਸਾਂਗੇ। ਅੱਛਾ, ਤੁਸੀਂ ਬਜਰੰਗੀ ਭਾਈਜਾਨ ਮੂਵੀ ਦੇਖੀ ਹੋਏਗੀ, ਉਸ ਦੇ ਵਿੱਚ ਤੁਹਾਨੂੰ ਇਹ ਫੈਂਸਿੰਗ ਜ਼ਰੂਰ ਨਜ਼ਰ ਆਈ ਹੋਏਗੀ, ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਵਾਕਈ ਉਹ ਇਸ ਤਰੀਕੇ ਨਾਲ ਹੀ ਫੈਂਸਿੰਗ ਸੀ ਜਾਂ ਫਿਰ ਕੋਈ ਹੋਰ ਵੱਖਰਾ ਤਰੀਕਾ ਸੀ। ਫੈਂਸਿੰਗ ਅਸੀਂ ਆ ਚੁੱਕੇ ਹਾਂ ਇੰਟਰਨੈਸ਼ਨਲ ਬਾਰਡਰ, ਬਿਲਕੁਲ ਫੈਂਸਿੰਗ ਤੋਂ ਤੁਸੀਂ ਕਹਿ ਸਕਦੇ ਹੋ ਕਿ ਇੱਥੋਂ ਕਰੀਬ 100 ਮੀਟਰ 200 ਮੀਟਰ ਹੋਏਗਾ ਔਰ ਕੈਮਰੇ ਦੀ ਨਜ਼ਰ ਦੂਜੇ ਪਾਸੇ ਜਾ ਰਹੀ ਹੈ ਔਰ ਉਹ ਪਾਕਿਸਤਾਨ ਹੈ। ਬਿਲਕੁਲ ਮੇਰੇ ਲੈਫਟ ਸਾਈਡ ਇੱਥੋਂ 100 ਮੀਟਰ 150 ਮੀਟਰ ਤੁਸੀਂ ਕਹਿ ਸਕਦੇ ਹੋ ਕਿ ਪਾਕਿਸਤਾਨ ਹੈ ਔਰ ਸੜਕਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਬਿਲਕੁਲ ਕੱਚਾ ਏਰੀਆ ਜਿਸ ਦੇ ਨਾਲ ਜ਼ਰੂਰ ਸਾਡੇ ਜਵਾਨਾਂ ਨੂੰ ਚੱਲਣਾ ਹੁੰਦਾ ਹੈ ਔਰ ਅਸੀਂ ਇਸ ਪੈਟਰੋਲਿੰਗ ਪਾਰਟੀ ਦੇ ਨਾਲ ਹੋਏ ਹਾਂ ਕਿਉਂਕਿ ਇਹ ਪੂਰੀ ਗੱਡੀਆਂ ਦੇ ਨਾਲ ਇਹਨਾਂ ਦਾ ਟਰੂਪਸ ਆਉਂਦਾ ਹੈ। ਮੈਂ ਸੰਦੀਪ ਨੂੰ ਕਹਾਂਗਾ ਆਪਣੇ ਕੈਮਰਾਮੈਨ ਨੂੰ ਕਿ ਇੱਕ ਵਾਰੀ ਸਹਿਯੋਗੀ ਨੂੰ ਕਿ ਪਿੱਛੇ ਜਿਹੜੀਆਂ ਗੱਡੀਆਂ ਆ ਰਹੀਆਂ ਉਹ ਕਾਫਲਾ ਵੀ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਦਈਏ। ਤੇ ਆ ਨੇ ਸਾਡੇ ਦੇਸ਼ ਦੇ ਮਹਿਲਾ BSF ਜਵਾਨ ਜਿਨ੍ਹਾਂ ਦੇ ਨਾਲ ਅਸੀਂ ਅੱਜ ਬਾਈਕ ਤੇ ਸਵਾਰ ਹੋ ਕੇ ਜਾਣਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਸ ਜੋ ਚੈਲੰਜਸ ਨੂੰ ਫੇਸ ਕਰਕੇ ਇਹਨਾਂ ਦੇ ਵੱਲੋਂ ਸਰਹੱਦ ਦੀ ਰਾਖੀ ਕੀਤੀ ਜਾਂਦੀ ਹੈ, ਸਰਹੱਦ ਦੀ ਪੈਟਰੋਲਿੰਗ ਕੀਤੀ ਜਾਂਦੀ ਹੈ। ਤੇ ਅਸੀਂ ਫੈਂਸਿੰਗ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ। ਵੇਖਿਆ ਜਾ ਸਕਦਾ ਹੈ ਕਿ ਮਹਿਲਾ ਜਵਾਨਾਂ ਕਿੰਨੇ ਦਿਨ ਰਾਤ ਤੈਨਾਤ ਨੇ ਫੈਂਸਿੰਗ ਤੇ, ਇਹਨਾਂ ਦੇ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਹੈ। ਵੇਖਿਆ ਜਾ ਸਕਦਾ ਹੈ ਕਿ ਕਿੰਨੇ ਚੈਲੰਜਸ ਨੇ, ਹਾਰਡਸ਼ਿਪ ਨੇ ਤੇ ਅਗਸਤ ਦਾ ਮਹੀਨਾ ਚੱਲ ਰਿਹਾ ਹੈ, ਬੇहद ਹੀ ਗਰਮੀ ਹੈ। ਜੇ ਅਸੀਂ ਗੱਲ ਦੀ ਕਰੀਏ ਤੇ ਜੋ ਰਸਤਾ ਹੈ ਵੇਖਿਆ ਜਾ ਸਕਦਾ ਹੈ ਕਿ ਕਿੰਨਾ ਕੱਚਾ ਪੱਕਾ ਹੈ। ਜੇ ਅਸੀਂ ਆਮ ਥਾਂ ਤੇ ਬਾਈਕ ਚਲਾਏ ਤੇ ਉਹਦਾ ਜੋ ਐਕਸਪੀਰੀਅੰਸ ਕੁਝ ਹੋਰ ਹੁੰਦਾ ਹੈ ਤੇ ਜਿਵੇਂ ਹੁਣ ਮੌਜੂਦਾ ਸਮੇਂ ਦੀ ਗੱਲ ਕਰੀਏ ਤੇ ਵੇਖਿਆ ਜਾ ਸਕਦਾ ਹੈ ਕਿ ਜੋ ਰਸਤਾ ਹੈ ਉਹਦੀ ਜੋ ਹਾਲਾਤ ਨੇ ਉਹ ਕਿਹੋ ਜਿਹੇ ਨੇ ਤੇ ਦਿਨ ਰਾਤ ਮਹਿਲਾ ਜਵਾਨਾਂ ਵੀ ਤੈਨਾਤ ਨੇ ਪੈਟਰੋਲਿੰਗ ਤੇ। ਦੱਸ ਦੇ ਕਿ ਬਾਰਡਰ ਸਿਕਿਉਰਿਟੀ ਫੋਰਸ ਜੋ ਕਿ ਇੱਕ ਵਰਲਡ ਦਾ, ਇੰਡੀਆ ਦਾ ਅਸੀਂ ਗੱਲ ਕਰੀਏ ਤੇ ਵਰਲਡ ਦੀ ਸਭ ਤੋਂ ਵੱਡੀ ਪੈਰਾਮਿਲਟਰੀ ਫੋਰਸ ਹੈ BSF ਬਾਰਡਰ ਸਿਕਿਉਰਿਟੀ ਫੋਰਸ, ਦਿਨ ਰਾਤ ਜੋ ਦੇਸ਼ ਦੀ ਸੁਰੱਖਿਆ ਲਈ ਤੈਨਾਤ ਹੈ। ਤੇ ਅਸੀਂ ਅੱਜ ਮੌਜੂਦ ਹਾਂ ਗੁਰਦਾਸਪੁਰ ਦੇ ਨਾਲ ਲੱਗਦੇ ਬਾਰਡਰ ਦੀ, ਜਿੱਥੇ ਕਿ ਵੇਖਿਆ ਜਾ ਸਕਦਾ ਹੈ ਕਿ ਦਿਨ ਰਾਤ ਜਵਾਨਾਂ ਦੇ ਵੱਲੋਂ ਕਿਵੇਂ ਆਪਣਾ ਖੂਨ ਪਸੀਨਾ ਬਹਾ ਕੇ ਸਰਹੱਦ ਦੀ ਰਾਖੀ ਕੀਤੀ ਜਾ ਰਹੀ ਹੈ। ਇਸੇ ਵਿਚਾਲੇ ਵੱਖ-ਵੱਖ ਤਰੀਕੇ ਨਾਲ ਪੈਟਰੋਲਿੰਗ ਕੀਤੀ ਜਾਂਦੀ ਹੈ। ਦੇਸ਼ ਦੇ ਜੋ ਜਵਾਨ ਨੇ BSF ਬਾਰਡਰ ਸਿਕਿਉਰਿਟੀ ਫੋਰਸ ਦੇ ਜੋ ਜਵਾਨ ਨੇ ਦਿਨ ਰਾਤ ਦੇਸ਼ ਦੀ ਸੁਰੱਖਿਆ ਲਈ ਤੈਨਾਤ। ਤਾਂ BSF ਦੀ ਇਸ ਟਰੂਪ ਦੇ ਨਾਲ, ਇਸ ਕੰਪਨੀ ਦੇ ਨਾਲ ਜੋ ਪੈਟਰੋਲਿੰਗ ਕੰਪਨੀ ਹੈ, ਬਿਲਕੁਲ ਬਾਰਡਰ ਦੇ ਉੱਤੇ ਆਲ ਦਾ ਟਾਈਮ ਉਹਨਾਂ ਦੇ ਵੱਲੋਂ ਫੈਂਸਿੰਗ ਦੇ ਨਾਲ ਕੀਤੀ ਜਾਂਦੀ ਹੈ। ਮੇਰੇ ਬਿਲਕੁਲ ਤੁਸੀਂ ਨਾਲ ਦੇਖ ਸਕਦੇ ਹੋ ਇਹ ਫੈਂਸਿੰਗ ਹੈ ਔਰ ਫੈਂਸਿੰਗ ਦੇ ਨਾਲ ਅਸੀਂ ਇਹ ਪੂਰਾ ਜਿਹੜੀ ਕੰਪਨੀ ਹੈ ਔਰ ਦਿਨ ਰਾਤ ਹੁੰਦੀ ਹੈ। ਸਾਨੂੰ ਮੌਕਾ ਮਿਲਿਆ ਕਿ ਅਸੀਂ ਇਸ ਪੂਰੀ ਕੰਪਨੀ ਦੇ ਨਾਲ BSF ਦੇ ਜਵਾਨਾਂ ਦੇ ਨਾਲ ਇੱਥੇ ਫੈਂਸਿੰਗ ਤੇ ਕੀ ਕੁਝ ਹੈ, ਕੁਝ ਬੋਟਲਸ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ, ਇਹ ਅੱਗੇ ਤੁਹਾਨੂੰ ਦੱਸਾਂਗੇ ਕੀ ਹੈ। ਔਰ ਸਿਰਫ ਇੱਕ ਕੰਪਨੀ ਨਹੀਂ ਹੈ, ਜਿਵੇਂ ਕਾਰ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੈਟਰੋਲਿੰਗ ਲਗਾਤਾਰ ਹੁੰਦੀ ਰਹਿੰਦੀ ਹੈ ਔਰ ਉਸੇ ਤਰੀਕੇ ਦੇ ਨਾਲ ਜਿਹੜੀ BSF ਦੀ ਪੈਟਰੋਲਿੰਗ ਹੈ ਉਹ ਵਾਕਿੰਗ ਜਿਹੜੇ ਜਵਾਨ ਨੇ, ਜਿਹੜੇ ਪੈਦਲ ਚੱਲਦੇ ਰਹਿੰਦੇ ਨੇ, ਲਗਾਤਾਰ ਨਜ਼ਰ ਬਣਾਉਂਦੇ ਨੇ, ਉਹ ਵੀ ਤੁਹਾਨੂੰ ਇੱਥੇ ਨਜ਼ਰ ਆਣਗੇ ਔਰ ਉਹੀ ਤਸਵੀਰਾਂ ਦੇ ਵਿੱਚ ਬਿਲਕੁਲ ਸਾਡੀ ਪੈਟਰੋਲਿੰਗ ਪਾਰਟੀ ਅੱਗੇ ਵਧ ਰਹੀ ਹੈ ਔਰ ਦੂਜੀ ਪੈਟਰੋਲਿੰਗ ਪਾਰਟੀ ਵੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਜਿਹੜੀ ਗੱਡੀਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲਿੰਗ ਪਾਰਟੀ ਇੱਥੇ ਵੀ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਤੁਸੀਂ ਇੱਥੇ ਸੜਕਾਂ ਦਾ ਵੀ ਹਾਲ ਦੇਖ ਸਕਦੇ ਹੋ ਕਿਉਂਕਿ ਬਿਲਕੁਲ ਕੱਚੀ ਸੜਕ ਹੈ ਔਰ ਕ੍ਰਾਸ ਕਰਦੇ ਹੋਏ ਅਸੀਂ ਉਸ ਦੂਜੀ ਪੈਟਰੋਲਿੰਗ ਪਾਰਟੀ ਨੂੰ ਔਰ ਇਹ ਬਹੁਤ ਟਫ ਟਾਸਕ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਦੇ ਲਈ ਵੀ ਪੂਰਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਪੈਟਰੋਲਿੰਗ ਇੱਥੇ ਕਰਦੇ ਨੇ
ਔਰ ਕੁਝ ਜਵਾਨ ਇੱਥੇ ਛੋਟੀਆਂ ਪੋਸਟ ਬਣੀਆਂ ਹੋਈਆਂ ਨੇ, ਉਹ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ। ਉੱਥੇ 20 ਪੋਸਟਾਂ ਦੇ ਉੱਪਰ ਹੁੰਦੀ ਹੈ। ਬਿਲਕੁਲ ਫੈਂਸਿੰਗ ਅਸੀਂ ਲਗਾਤਾਰ ਦਿਖਾ ਰਹੇ ਹਾਂ। ਫੈਂਸਿੰਗ ਤੁਹਾਨੂੰ ਨਾਲ ਦਿਖ ਰਹੀ ਹੈ। ਫੈਂਸਿੰਗ ਦੇ ਬਿਲਕੁਲ ਪੈਰਲਰ, ਔਰ ਮੱਛਰ ਤੁਸੀਂ ਦੇਖ ਸਕਦੇ ਹੋ, ਅੰਦਾਜ਼ਾ ਲਗਾ ਸਕਦੇ ਹੋ ਕਿੰਨੇ ਜ਼ਿਆਦਾ ਇੱਥੇ ਮੱਛਰ ਨੇ। ਕਰੀਬ ਰਾਤ ਦੇ ਅਸੀਂ 2 ਵਜੇ ਦੇ ਉੱਥੋਂ ਨਿਕਲੇ ਹੋਏ ਹਾਂ, ਜਿੱਥੇ ਬੇਸ ਕੈਂਪ ਬਣਾਇਆ ਹੋਇਆ ਸੀ। ਉਸ ਤੋਂ ਬਾਅਦ ਅਸੀਂ ਅੱਗੇ ਵਧ ਰਹੇ ਹਾਂ। ਜਿਹੜੇ ਡੌਗ ਸਕੁਐਡ ਨੇ ਉਹ ਵੀ ਹੁੰਦੇ ਨੇ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜਾ ਨੀਚੇ ਉਤਰ ਕੇ ਵੀ ਦੇਖ ਸਕੀਏ ਔਰ ਤੁਹਾਡੇ ਤੱਕ ਤਸਵੀਰਾਂ ਪਹੁੰਚਾ ਸਕੀਏ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਟਰੂਪਸ ਨੇ ਇਹ ਵੀ ਅੱਗੇ ਵਧਦੇ ਰਹਿੰਦੇ ਨੇ। ਤੁਹਾਨੂੰ ਪੂਰਾ ਬਾਰਡਰ ਨਜ਼ਰ ਆ ਰਿਹਾ ਹੈ। ਬਾਰਡਰ ਦੇ ਆਲੇ ਦੁਆਲੇ ਜਿਹੜੀ ਤੁਹਾਨੂੰ ਲਾਈਟਾਂ ਨਜ਼ਰ ਆ ਰਹੀਆਂ ਹੋਣਗੀਆਂ। ਮੈਂ ਅੱਗੇ ਇਸ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਤੱਕ ਲਾਈਟਾਂ ਵੀ ਐਕਸਪਲੇਨ ਕਰੂੰਗਾ ਕਿ ਜਿਹੜੀਆਂ ਵੱਡੀਆਂ ਇੱਥੇ ਲਾਈਟਸ ਲੱਗੀਆਂ ਹੋਈਆਂ ਨੇ ਉਹ ਕੀ ਨੇ। ਇੱਕ ਵਾਰੀ ਅਸੀਂ ਜ਼ਰੂਰ ਰੁਕਾਂਗੇ। ਇੱਥੋਂ ਜਾਣਾ ਉਤਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਤਾਂ ਜਿਹੜੇ ਟਰੂਪਸ ਆ ਰਹੇ ਨੇ, ਮੈਂ ਇੱਕ ਹੋਰ ਆਪਣੇ ਦਰਸ਼ਕਾਂ ਨੂੰ ਚੀਜ਼ ਕਲੀਅਰ ਕਰਾਂ ਕਿ ਇਹ ਸਾਨੂੰ ਆਦੇਸ਼ ਨੇ BSF ਦੇ ਵੱਲੋਂ, ਜਿਹੜੀਆਂ ਗਾਈਡਲਾਈਨਸ ਨੇ ਕਿ ਜਿਹੜੇ ਜਵਾਨ ਨੇ ਇੱਥੇ ਉਹਨਾਂ ਦੇ ਨਾਲ, ਕਿਉਂਕਿ ਬਾਰਡਰ ਏਰੀਆਜ਼ ਦੇ ਵਿੱਚ ਐਡਵਾਈਜ਼ੇਬਲ ਨਹੀਂ ਹੁੰਦਾ। और ਇੱਥੇ ਤੁਹਾਨੂੰ डॉग भी नज़र आ रहे हैं। इसका नाम है वानी। अच्छा, ये जॉल है और आगे वाला वानी था। ਤਾਂ ਬਿਲਕੁਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹਨਾਂ ਨੂੰ 6 ਤੋਂ 8 ਮਹੀਨਿਆਂ ਦੀ। ਉਸ ਤੋਂ ਬਾਅਦ ਇਹ ਲੈਬਰਾ ਬਰੀਡ ਦੀ ਜਿਹੜੇ ਡੌਗਸ ਇੱਥੇ ਨਜ਼ਰ ਆ ਰਹੇ ਨੇ, ਔਰ ਇਹਨਾਂ ਨੂੰ ਪ੍ਰੋਪਰ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਔਰ ਟ੍ਰੇਨਿੰਗ ਤੋਂ ਬਾਅਦ ਹੀ ਇਹ ਇੱਥੇ ਬਾਰਡਰ ਦੇ ਉੱਤੇ ਤੈਨਾਤ ਕੀਤੇ ਜਾਂਦੇ ਨੇ। ਅਸੀਂ ਹੋਰ ਪਿੱਛੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਪੂਰਾ ਟਰੂਪ ਅੱਗੇ ਵੱਧਦਾ ਹੋਇਆ ਸਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਬਿਲਕੁਲ ਫੈਂਸਿੰਗ ਸਾਡੇ ਬਿਲਕੁਲ ਰਾਈਟ ਸਾਈਡ, ਔਰ ਨਾਲ ਇਹ ਟਰੂਪ ਚੱਲਦੇ ਰਹਿੰਦੇ ਨੇ। ਔਰ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਰ ਰਾਤ ਤੱਕ, ਜਾਂ ਕਹੀਏ ਕਿ ਕੋਈ ਵੀ ਦਿਨ ਹੋਵੇ ਜਾਂ ਕੋਈ ਵੀ ਰਾਤ ਹੋਵੇ, ਰਾਤ ਦਾ ਕੋਈ ਵੀ ਸਮਾਂ ਹੋਵੇ, ਜਿਹੜੇ ਟਰੂਪਸ ਨੇ ਜਾਂ ਜਿਹੜੇ BSF ਦੇ ਜਵਾਨ ਨੇ, ਬਾਰਡਰ ਸਿਕਿਉਰਿਟੀ ਫੋਰਸ, ਜਿਸ ਨੂੰ ਫਸਟ ਲਾਈਨ ਆਫ ਡਿਫੈਂਸ ਵੀ ਕਿਹਾ ਜਾਂਦਾ ਹੈ, ਉਹਨਾਂ ਦੇ ਵੱਲੋਂ ਕੁਝ ਇਸ ਤਰੀਕੇ ਦੇ ਨਾਲ ਹੀ ਇਹ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਦੇਸ਼ ਦੀ ਸੁਰੱਖਿਆ, ਸਰਹੱਦੀ ਸੁਰੱਖਿਆ ਕੀਤੀ ਜਾਂਦੀ ਹੈ। ਔਰ ਇਹ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਇਹਨਾਂ ਦੇ ਕੋਲ ਇਕਵਿਪਮੈਂਟਸ ਵੀ ਹੁੰਦੇ ਨੇ, ਉਹਨਾਂ ਦੇ ਜ਼ਰੀਏ ਵੀ ਇਹ ਹਰ ਇੱਕ ਚੱਪੇ ਦੇ ਨਜ਼ਰ ਰੱਖਦੇ ਨੇ। ਔਰ BSF ਦੇ ਬਹੁਤ ਸਾਰੇ ਅਧਿਕਾਰੀਆਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਆਲ ਦਾ ਟਾਈਮ ਉਹਨਾਂ ਦੇ ਵੱਲੋਂ ਇਹ ਚੀਜ਼ ਦੇ ਉੱਤੇ ਧਿਆਨ ਰੱਖਿਆ ਜਾਂਦਾ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਸ ਪੂਰੇ ਬਾਰਡਰ ਦੇ ਉੱਤੇ ਇਸ ਸਮੇਂ ਹਲਚਲ ਹੈ। ਬੇਸ਼ੱਕ ਦੇਰ ਰਾਤ ਦਾ ਇਹ ਟਾਈਮ ਹੈ ਜਦੋਂ ਅਸੀਂ ਬਾਰਡਰ ਦੇ ਉੱਤੇ ਇਸ ਸਮੇਂ ਪੈਟਰੋਲਿੰਗ ਪਾਰਟੀ ਦੇ ਨਾਲ ਨਿਕਲੇ ਹੋਏ ਹਾਂ, ਪਰ ਬਾਵਜੂਦ ਇਸ ਦੇ ਤੁਸੀਂ ਬਾਰਡਰ ਦੇ ਉੱਤੇ ਹਲਚਲ ਦੇਖ ਸਕਦੇ ਹੋ। ਔਰ ਅੰਦਾਜ਼ਾ ਲਗਾਓ ਕਿ ਜੇਕਰ ਇੱਥੇ ਕੋਈ ਮੂਵਮੈਂਟ ਹੁੰਦੀ ਹੈ, ਕੋਈ ਇਨਫਿਲਟ੍ਰੇਸ਼ਨ ਦਾ, ਘੁਸਪੈਠ ਦੀ ਕੋਈ ਕੋਸ਼ਿਸ਼ ਹੋਵੇ, ਤਾਂ ਉਸ ਦੇ ਲਈ ਕਿਸ ਤਰੀਕੇ ਨਾਲ ਅਸੀਂ ਤਿਆਰ ਹਾਂ, ਸਾਡੀਆਂ ਸੁਰੱਖਿਆ ਏਜੰਸੀਆਂ। ਤੇ ਉਸ ਤੋਂ ਬਾਅਦ ਜੇਕਰ ਕੋਈ ਅਸਮਾਨ ਵਾਲੇ ਪਾਸੇ ਬਿਲਕੁਲ ਹਨੇਰਾ ਨਜ਼ਰ ਆ ਰਿਹਾ ਹੈ, ਔਰ ਜੇ ਅਸਮਾਨ ਵਾਲੇ ਪਾਸੇ ਕੋਈ ਹਰਕਤ ਹੁੰਦੀ ਹੈ, ਕੋਈ ਡਰੋਨ ਦੀ, ਕਿਉਂਕਿ ਅੱਜ ਕੱਲ੍ਹ ਇੱਕ ਬਹੁਤ ਵੱਡਾ ਚੈਲੰਜ ਡਰੋਨ ਬਣਿਆ ਹੋਇਆ ਹੈ, ਤਾਂ ਉਸ ਦੇ ਲਈ ਵੀ ਪੂਰੀ ਤਰ੍ਹਾਂ ਮੁਸਤੈਦ ਸਾਡੀ BSF ਤੇ ਨਜ਼ਰ ਆ ਰਹੀ ਹੈ। ਇਹ ਬਿਲਕੁਲ ਆਪਾਂ ਨੂੰ ਨਜ਼ਰ ਆ ਰਹੀ ਹੈ ਫੈਂਸਿੰਗ। ਰਾਤ ਦਾ ਸਮਾਂ ਹੈ, ਇਸ ਦੇ ਨਾਲ ਇੱਕ ਵਾਰ ਟੱਚ ਕੀਤਾ ਮਤਲਬ ਜ਼ਿੰਦਗੀ ਦੁਬਾਰਾ ਨਹੀਂ ਮਿਲੇਗੀ। ਔਰ ਬਿਲਕੁਲ ਇਸ ਦੇ ਵਿੱਚ ਕਰੰਟ ਛੱਡਿਆ ਗਿਆ ਹੁੰਦਾ ਹੈ, ਤੇ ਜੇਕਰ ਕੋਈ ਗਲਤੀ ਨਾਲ ਵੀ ਇਸ ਦੇ ਨੇੜੇ ਪਹੁੰਚ ਜਾਵੇ ਤਾਂ ਉਸ ਦਾ ਬਚ ਪਾਉਣਾ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਿਨ ਹੈ। 440 ਵਾਟ ਦਾ ਦੱਸਿਆ ਗਿਆ ਕਿ ਇਸ ਦੇ ਵਿੱਚ ਕਰੰਟ ਦੌੜਦਾ ਹੈ, ਔਰ ਇਹ ਜ਼ਰੂਰੀ ਵੀ ਹੈ ਕਿ ਜੇ ਕੋਈ ਇਨਫਿਲਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਦੇ ਉੱਤੇ ਵੀ ਨਕੀਲ ਕੱਸੀ ਜਾਵੇ। ਅਸੀਂ ਅੱਗੇ ਵੀ ਚੱਲਾਂਗੇ ਔਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਤਸਵੀਰਾਂ ਕਿ ਕੀ ਕੁਝ ਬਾਰਡਰ ਦੇ ਉੱਤੇ ਇਸ ਸਮੇਂ ਦੇਰ ਰਾਤ ਹਾਲਾਤ ਹੁੰਦੇ ਨੇ, ਔਰ ਇਹ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇੱਕ ਘਾਹ ਤੁਹਾਨੂੰ ਨਜ਼ਰ ਆ ਰਿਹਾ ਹੈ ਔਰ ਜਿਹੜੇ ਬਿਲਕੁਲ ਪਾਕ ਨਜ਼ਰ ਆ ਰਿਹਾ, ਮੈਂ ਅੱਗੇ ਇਸ ਦੀ ਵੀ ਗੱਲਬਾਤ ਕਰਾਂਗਾ। ਮੈਂ ਬੋਤਲਾਂ ਦਾ ਜ਼ਿਕਰ ਕੀਤਾ ਸੀ, ਤੁਹਾਨੂੰ ਇੱਥੇ ਕੱਚ ਦੀਆਂ ਬੋਤਲਾਂ ਕੁਝ ਹੈਂਗਡ ਨਜ਼ਰ ਆ ਰਹੀਆਂ ਨੇ। ਆਪਾਂ ਅੱਗੇ ਇਹਨਾਂ ਦਾ ਵੀ ਜ਼ਿਕਰ ਕਰਾਂਗੇ ਕਿ ਆਖਿਰ ਇਹ ਕੱਚ ਦੀਆਂ ਬੋਤਲਾਂ ਇੱਥੇ ਐਵੇਂ ਕਿਉਂ ਟੰਗੀਆਂ ਗਈਆਂ ਨੇ। ਹਰ ਤੁਹਾਨੂੰ 10-10 ਮੀਟਰ ਬਾਅਦ, 10-20 ਫੁੱਟ ਬਾਅਦ ਇਸ ਤਰੀਕੇ ਨਾਲ ਕੱਚ ਦੀਆਂ ਬੋਤਲਾਂ ਨਜ਼ਰ ਆਉਣਗੀਆਂ। ਖਤਰੇ ਦਾ ਬੋਰਡ ਵੀ ਤੁਹਾਨੂੰ ਨਜ਼ਰ ਆ ਰਿਹਾ ਹੈ। ਪੈਟਰੋਲਿੰਗ ਇਸ ਤਰੀਕੇ ਨਾਲ ਹੀ ਦਿਨ ਰਾਤ ਜਾਰੀ ਰਹਿੰਦੀ ਹੈ। ਅਸੀਂ ਅੱਗੇ ਹੋਰ ਵੀ ਤੁਹਾਨੂੰ ਦਿਖਾਵਾਂਗੇ। ਮੱਛਰ ਬਹੁਤ ਹੈ ਇੱਥੇ, ਇੱਕ ਇਹ ਵੀ ਇਸ ਚੀਜ਼ ਦੇ ਨਾਲ ਵੀ 2-4 ਹੋਣਾ ਹੁੰਦਾ ਹੈ। ਹੋਰ ਕੀ ਕੁਝ ਚੁਣੌਤੀਆਂ ਆਉਂਦੀਆਂ ਨੇ ਜਿੱਥੇ ਮੈਂ ਖੜਾ ਹੋਇਆ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗਾ। ਔਰ ਪੈਟਰੋਲਿੰਗ ਸਿਰਫ ਗੱਡੀਆਂ ਦੇ ਜ਼ਰੀਏ ਜਾਂ ਫਿਰ ਪੈਦਲ ਜਿਹੜੇ ਦੇਸ਼ ਦੇ ਜਵਾਨ ਆ ਰਹੇ ਨੇ ਉਹਨਾਂ ਦੇ ਨਾਲ ਹੀ ਨਹੀਂ ਹੁੰਦੀ, ਬਲਕਿ ਪੈਟਰੋਲਿੰਗ ਜਿਹੜੀ ਹੈਗੀ ਹੈ ਬਾਈਕ ਦੇ ਜ਼ਰੀਏ ਵੀ, ਜਿਵੇਂ ਬਾਈਕ ਦੇ ਜ਼ਰੀਏ ਵੀ ਮਹਿਲਾ ਜਵਾਨ ਵੀ ਪੈਟਰੋਲਿੰਗ ਦੇ ਵਿੱਚ ਹਮੇਸ਼ਾ ਲੱਗੇ ਰਹਿੰਦੇ ਨੇ। ਔਰ ਸਾਨੂੰ ਪਿੱਛੇ ਬਾਈਕ ਨਜ਼ਰ ਆ ਰਹੀਆਂ ਨੇ ਕਿ ਬਾਈਕ ਪੈਟਰੋਲਿੰਗ ਪਾਰਟੀ ਆ ਰਹੀ ਹੈ, ਔਰ ਕਿਉਂਕਿ ਅਸੀਂ ਇੱਥੇ ਰੁਕੇ ਹੋਏ ਹਾਂ ਔਰ ਇਹਨਾਂ ਨੂੰ ਕ੍ਰਾਸ ਕਰਕੇ ਬਾਈਕ ਦੀ ਪੈਟਰੋਲਿੰਗ ਪਾਰਟੀ ਇੱਥੋਂ ਨਿਕਲ ਜਾਏਗੀ। ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਸਰਬਜੋਤ, ਜਿਵੇਂ ਅਸੀਂ ਤੁਹਾਨੂੰ ਦਿਖਾਇਆ ਕਿ ਸਰਬਜੋਤ ਦੂਜੀ ਪੈਟਰੋਲਿੰਗ ਪਾਰਟੀ ਦੇ ਨਾਲ ਆ ਰਹੇ ਨੇ ਔਰ ਬਾਈਕ ਦੇ ਉੱਪਰ ਨੇ, ਔਰ ਕੋਸ਼ਿਸ਼ ਕਰਾਂਗੇ ਕਿ ਪੈਟਰੋਲਿੰਗ ਪਾਰਟੀ ਪਹੁੰਚੀ ਹੈ ਤਾਂ ਅਸੀਂ ਸਰਬ ਦੇ ਨਾਲ ਵੀ ਗੱਲਬਾਤ ਕਰ ਸਕੀਏ।
ਜੀ ਹਾਂ ਬਿਲਕੁਲ ਬਾਈਕ ਦੀ ਪੈਟਰੋਲਿੰਗ ਪਾਰਟੀ ਵੀ ਸਾਨੂੰ ਰਸਤੇ ਦੇ ਵਿੱਚ ਮਿਲੀ ਹੈ ਔਰ ਦਿਨ ਰਾਤ ਇਹ ਇੱਥੇ ਪੂਰੀ ਹਲਚਲ ਰਹਿੰਦੀ ਹੈ ਆਲ ਦਾ ਟਾਈਮ ਕਿ ਕਿਸ ਤਰੀਕੇ ਨਾਲ ਬਾਰਡਰ ਦੇ ਉੱਤੇ ਜਿਹੜੀ ਚੁਣੌਤੀਆਂ ਹੈ ਉਸ ਨੂੰ ਦੇਖਿਆ ਜਾਵੇ। ਸਰਬ ਆਲਮੋਸਟ ਸਾਡੇ ਨਾਲ ਪਹੁੰਚ ਚੁੱਕੇ ਨੇ। ਸਰਬ ਜਾਣਨਾ ਚਾਹਾਂਗੇ ਕਿ ਕੀ ਕੁਝ ਤੁਸੀਂ ਐਕਸਪੀਰੀਅੰਸ ਹੁਣ ਤੱਕ ਕੀਤਾ ਇਸ ਪੂਰੀ ਜਿਹੜੀ ਬਾਈਕ ਪੈਟਰੋਲਿੰਗ ਦੇ ਵਿੱਚ। गौरव मैनू फकर महसूस हो रहा है कि किवें जो महिला जवानां ने किस तरीके नाल पूरे हौसले नाल पूरे जज्बे नाल देश की सुरक्षा च डटे हुए ने। इनफैक्ट मैं सोनिया इंस्पैक्टर सोनिया बनवारी दे नाल मौजूद सी जिन्हां दे वल्लों हाल ही च राजपथ ते भी प्रदर्शन दिखाया गया। इनफैक्ट वो इत्थे गुरदासपुर बॉर्डर ते भी ड्यूटी निभा रही ने ते फेंसिंग ते जो उन्हां दे वल्लों रात नूं इस टाइम ते पेट्रोलिंग की जा रही है जी। ते जे असीं रस्तियां दी गल करिए ते रस्ते तुसीं वेख सकदे कि अगस्त दा महीना है, बरसातां दा मौसम है ਤੇ ਰਸਤਿਆਂ 'ਚ ਬਹੁਤ ਪ੍ਰੋਬਲਮ ਵੇਖਿਆ ਜਾ ਸਕਦਾ ਕਿ ਥਾਂ-ਥਾਂ ਤੇ ਪਾਣੀ ਨੇ ਪਰ ਫਿਰ ਵੀ तमाम ਚੈਲੰਜਸ ਨੂੰ ਫੇਸ ਕਰਦੇ ਹੋਏ ਇਹਨਾਂ ਮਹਿਲਾ ਜਵਾਨਾਂ ਦੇ ਵੱਲੋਂ ਦਿਨ ਰਾਤ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇੱਕ ਹੋਰ ਚੀਜ਼ ਦੱਸੋ, ਬਾਈਕ ਤੇ ਬੈਠੇ ਸੀ, ਡਰ ਲੱਗ ਰਿਹਾ ਸੀ? ਜੀ ਬਹੁਤ ਲੱਗ ਰਿਹਾ ਸੀ। ਅੱਛਾ, ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਡੇਲੀ ਇੱਥੇ ਪੈਟਰੋਲਿੰਗ ਕਰਦੇ ਹੋਣਗੇ ਕਿਉਂਕਿ ਮੈਂ ਟਾਈਮ ਦੇਖ ਪਾ ਰਿਹਾ ਤਕਰੀਬਨ 2:30 ਤੋਂ 2:45 ਦੇ ਵਿਚਾਲੇ ਇਹ ਰਾਤ ਦਾ ਟਾਈਮ ਹੈ, 2:30 ਪੌਣੇ 3 ਔਰ ਇਸ ਟਾਈਮ ਇੱਥੇ ਪੈਟਰੋਲਿੰਗ ਹੋ ਰਹੀ ਹੈ। ਮੈਨੂੰ ਫਖਰ ਮਹਿਸੂਸ ਹੋ ਰਿਹਾ ਹੈ ਤੇ ਸਲਾਮ ਇਹਨਾਂ ਦੇ ਜਜ਼ਬੇ ਨੂੰ ਕਿਵੇਂ ਚੁਣੌਤੀਆਂ ਨੂੰ ਹਾਰਡਸ਼ਿਪ ਨੂੰ ਫੇਸ ਕਰਦੇ ਹੋਏ ਇਹਨਾਂ ਦੇ ਵੱਲੋਂ ਸੁਰੱਖਿਆ ਤੇ ਪੂਰੇ ਜੋ ਮਿਹਨਤ ਨਾਲ ਅਸੀਂ ਕਰੀਏ ਕੰਧੇ ਨਾਲ ਕੰਧਾ ਮਿਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਮਹਿਲਾ ਜਵਾਨਾਂ ਨੇ ਡਟੇ ਹੋਏ ਨੇ BSF ਤੇ। ਠੀਕ ਹੈ, ਤੁਸੀਂ ਸਰਬ ਕੰਟੀਨਿਊ ਕਰ ਸਕਦੇ ਹੋ। ਮੈਨੂੰ ਲੱਗਦਾ ਕਿ ਤੁਸੀਂ ਸਾਰਾ ਇਹ ਪੈਟਰੋਲਿੰਗ ਵਾਲਾ ਨਾਲ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ। ਤਾਂ ਪੈਟਰੋਲਿੰਗ ਪਾਰਟੀ ਦੇ ਨਾਲ ਅਸੀਂ ਅੱਗੇ ਚੱਲ ਰਹੇ ਹਾਂ। ਮੱਛਰ ਬਹੁਤ ਹੈ ਇੱਥੇ ਔਰ ਮੈਂ ਅੰਦਾਜ਼ਾ ਵੀ ਨਹੀਂ ਲਗਾ ਪਾ ਰਿਹਾ ਕਿ ਰੋਜ਼ਾਨਾ ਕਿੰਨੀ ਜ਼ਿਆਦਾ ਦਿੱਕਤ ਸਾਡੇ BSF ਦੇ ਜਵਾਨਾਂ ਨੂੰ ਹੁੰਦੀ ਹੋਵੇਗੀ। ਸਾਡਾ ਇਹ ਪੂਰਾ ਸ਼ੋਅ ਕਰਨ ਦਾ, ਇਹ ਪੂਰੀ ਤਸਵੀਰਾਂ ਦਿਖਾਉਣ ਦਾ ਮਕਸਦ ਵੀ ਇਹ ਹੈ ਕਿ ਜਦੋਂ ਆਪਾਂ ਘਰ ਬੈਠ ਕੇ ਸੁਰੱਖਿਅਤ ਮਹਿਸੂਸ ਕਰਦੇ ਹਾਂ ਤਾਂ ਉਦੋਂ ਸਾਨੂੰ ਪਤਾ ਹੋਵੇ ਕਿ ਕਿਸ ਤਰੀਕੇ ਨਾਲ ਕਿਹੜੇ ਸਰਕਮਸਟੈਂਸਿਸ ਦੇ ਵਿੱਚ ਕੋਈ ਸਾਡੇ ਦੇਸ਼ ਦੀ ਸਰਹੱਦ ਦੀ ਰਾਖੀ ਕਰਨ ਦੇ ਵਿੱਚ ਲੱਗਿਆ ਹੋਇਆ ਔਰ ਅਲੱਗ-ਅਲੱਗ ਟਰੂਪਸ ਔਰ ਅਲੱਗ-ਅਲੱਗ ਤੁਸੀਂ ਜੋ ਮੈਂ ਲਗਾਤਾਰ ਜ਼ਿਕਰ ਕਰ ਰਿਹਾ ਸੀਗਾ ਕਿ ਇੱਕ ਕੰਪਨੀ ਨਹੀਂ ਹੈ ਜਿਹੜੀ ਬਾਰਡਰ ਦੇ ਉੱਤੇ ਸੁਰੱਖਿਆ ਕਰ ਰਹੀ ਹੋਵੇ। ਪੈਦਲ ਵਾਲੇ ਜਵਾਨ ਅਲੱਗ ਦਿਖਦੇ ਨੇ, ਬਾਈਕ ਵਾਲੇ ਜਵਾਨ ਅਲੱਗ ਦਿਖਦੇ ਨੇ ਔਰ ਕਾਰ ਦੇ ਉੱਤੇ ਜਿਵੇਂ ਅਸੀਂ ਖੁਦ ਮੌਜੂਦ ਹਾਂ ਇਹ ਪੈਟਰੋਲਿੰਗ ਪਾਰਟੀ ਸਾਨੂੰ ਬਿਲਕੁਲ ਨਾਲ ਅਲੱਗ ਦਿਖਦੀ ਹੈ। ਵਿੱਚ ਕੋਈ ਪੁਲੀਆਂ ਵੀ ਨਜ਼ਰ ਆ ਰਹੀਆਂ ਨੇ ਤੁਹਾਨੂੰ ਔਰ ਇਹ ਤਸਵੀਰਾਂ ਛੋਟੀਆਂ ਚੌਕੀਆਂ ਨੇ ਔਰ ਇੱਥੇ ਆਲ ਦਾ ਟਾਈਮ ਸਵੇਰੇ ਸ਼ਾਮ ਬਿਲਕੁਲ ਜਵਾਨ ਇੱਥੇ ਤੈਨਾਤ ਰਹਿੰਦੇ ਨੇ ਔਰ ਇਹ ਅੱਗੇ ਅਸੀਂ ਵੱਧ ਰਹੇ ਹਾਂ। ਮੈਂ ਘਾਹ ਦਾ ਜ਼ਿਕਰ ਕੀਤਾ ਸੀ, ਅੱਗੇ ਤੁਹਾਨੂੰ ਦਿਖਾਵਾਂਗੇ ਔਰ ਇੱਕ ਹੋਰ ਪੈਟਰੋਲਿੰਗ ਪਾਰਟੀ ਸਾਨੂੰ ਰਸਤੇ ਦੇ ਵਿੱਚ ਮਿਲੀ ਹੈ। ਘੋੜਿਆਂ ਦੇ ਉੱਤੇ ਵੀ, ਰਾਈਫਲਾਂ ਦੇ ਨਾਲ ਲੈਸ ਘੋੜਿਆਂ ਦੇ ਉੱਤੇ ਵੀ ਜਿਹੜੇ ਸਾਡੇ ਜਵਾਨ ਨੇ ਉਹ ਨਜ਼ਰ ਆ ਰਹੇ ਨੇ। ਜੀ ਹਾਂ ਬਿਲਕੁਲ, ਇਹ ਵੀ ਬਿਲਕੁਲ ਮੁਸਤੈਦ ਨਜ਼ਰ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਅੱਖ ਬਾਰਡਰ ਦੇ ਉਸ ਪਾਰ ਫੈਂਸਿੰਗ ਵਾਲੇ ਪਾਸੇ ਕਿ ਕੋਈ ਹਲਕੀ ਜਿਹੀ ਵੀ ਜੇਕਰ ਕੋਈ ਸਰਗਰਮੀ ਨਜ਼ਰ ਆਉਂਦੀ ਹੈ ਤਾਂ ਫਿਰ ਉਹ ਉਸ ਨੂੰ ਬਿਲਕੁਲ ਕੈਪਚਰ ਕਰ ਸਕਣ ਔਰ ਉਸ ਦੇ ਉੱਪਰ ਕੋਈ ਐਕਸ਼ਨ ਕਰ ਸਕਣ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਫੈਂਸਿੰਗ ਦੇ ਨੇੜੇ ਜੇਕਰ ਫੈਂਸਿੰਗ ਦੇ ਦੂਜੇ ਵਾਲੇ ਪਾਸੇ ਇਸ ਸਮੇਂ ਕੋਈ ਵੀ ਦਿਖਦਾ ਹੈ, ਕੋਈ ਸ਼ਖਸ ਨਜ਼ਰ ਆਇਆ ਔਰ ਹਲਕੀ ਜਿਹੀ ਵੀ ਕੋਈ ਲੱਗਿਆ ਕਿ ਉੱਥੇ ਕੋਈ ਮੂਵਮੈਂਟ ਹੋ ਰਹੀ ਹੈ ਤਾਂ BSF ਦੇ ਜਵਾਨਾਂ ਦੇ ਕੋਲ ਬਿਲਕੁਲ ਗੋਲੀ ਮਾਰਨ ਦੇ ਆਦੇਸ਼ ਹੁੰਦੇ ਨੇ। ਉਸ ਨੂੰ ਕੋਈ ਵਾਰਨਿੰਗ ਵੀ ਨਹੀਂ ਦਿੱਤੀ ਜਾਂਦੀ, ਕੋਈ ਵਾਰਨਿੰਗ ਨਹੀਂ, ਡਾਇਰੈਕਟਲੀ ਇਸ ਤਰੀਕੇ ਨਾਲ ਆਰਡਰਸ ਨੇ ਕਿ ਗੋਲੀ ਮਾਰੀ ਜਾ ਸਕਦੀ ਹੈ। ਇਹ ਦੋ ਹਾਰਸ ਦੇ ਉੱਤੇ ਵੀ ਨਜ਼ਰ ਆ ਰਹੇ ਨੇ ਤੁਹਾਨੂੰ ਔਰ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਜਵਾਨ ਨੇ ਹਾਰਸ ਦੇ ਉੱਤੇ ਸਵਾਰ, ਘੋੜਿਆਂ ਦੇ ਉੱਤੇ ਸਵਾਰ ਹੋ ਕੇ ਵੀ ਕਿ ਉਹ ਵੀ ਅਸੀਂ ਤਸਵੀਰਾਂ ਦੇ ਜ਼ਰੀਏ दिखा सकिए। क्या नाम है सर इसका? सोनू नाम है, सोनू। और पीछे वाले का? आइसबर्ग और सोनू। आपकी मूछें लाजवाब है सर। बिल्कुल। और पीछे भी BSF के जवान जो नजर आ रहे हैं। चलिए हम आगे बढ़ते हैं और ये अपनी ड्यूटी इसी तरह से निभाते रहेंगे। ओके सर, जय हिंद। ਅਸੀਂ ਫੈਂਸਿੰਗ ਦੇ ਬਿਲਕੁਲ ਨਾਲ ਮੌਜੂਦ ਨੇ ਤੇ ਮਹਿਲਾ ਜਵਾਨਾਂ ਮੇਰੇ ਨਾਲ ਮੌਜੂਦ ਨੇ। ਹਾਲਾਂਕਿ ਹੁਣੇ ਅਸੀਂ ਬਾਈਕ ਤੇ ਪੈਟਰੋਲਿੰਗ ਕਰ ਰਹੇ ਸੀਗੇ ਪਰ ਹੁਣੀ ਇੱਕ ਛੋਟਾ ਇੰਸੀਡੈਂਟ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਕਿ ਬਾਈਕ ਇੱਕਦਮ ਸਕਿਡ ਹੋ ਗਈ। ਮਤਲਬ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਮਹਿਲਾ ਜਵਾਨਾਂ ਦੇ ਵੱਲੋਂ ਕਿਵੇਂ ਰੋਜ਼ ਇਹਨਾਂ ਹਾਰਡਸ਼ਿਪਸ ਨੂੰ ਜੋ ਹੈ ਓਵਰਕਮ ਕੀਤਾ ਜਾਂਦਾ ਹੈ। ਤਸਵੀਰਾਂ ਤੁਹਾਨੂੰ ਵਿਖਾ ਰਹੇ ਮੇਰੇ ਕੈਮਰਾਮੈਨ, ਤੁਹਾਨੂੰ ਤਸਵੀਰਾਂ ਵਿਖਾ ਰਹੇ ਕਿ ਕਿਸ ਤਰੀਕੇ ਨਾਲ ਇੱਥੇ ਪੂਰਾ ਕਿਚੜ ਹੋਇਆ ਪਿਆ। ਇੱਥੇ ਨਾਰਮਲ ਕਾਰ ਵੀ ਨਹੀਂ ਚੱਲ ਸਕਦੀ, 4x4 ਦੀ ਜੋ ਕਾਰ ਹੈ ਉਹੀ ਚੱਲ ਸਕਦੀ ਹੈ ਤੇ ਇਸੇ ਵਿਚਾਲੇ ਇਹਨਾਂ ਮਹਿਲਾ ਜਵਾਨਾਂ ਦੇ ਮੈਨੂੰ ਵੱਲੋਂ ਰੈਸਕਿਊ ਕੀਤਾ ਗਿਆ। ਹਾਲਾਂਕਿ ਮੈਨੂੰ ਸੱਟ ਨਹੀਂ ਲੱਗੀ। ਇਸੇ ਦੇ ਵਿਚਾਲੇ ਅੱਗੇ ਵਧਨੇ ਤੇ ਅੱਗੇ ਆਪਣੀ ਪੈਟਰੋਲਿੰਗ ਨੂੰ ਜਾਰੀ ਰੱਖਣੀ।
ਪੈਟਰੋਲਿੰਗ ਦਾ ਸਿਲਸਿਲਾ ਜਾਰੀ ਹੈ। ਅਸੀਂ ਪੂਰੇ ਕਾਫਲੇ ਦੇ ਨਾਲ ਅੱਗੇ ਵਧ ਰਹੇ ਹਾਂ। ਅਸੀਂ ਅਗਲੇ ਇੱਕ ਹੋਰ ਪੜਾਅ ਦੇ ਉੱਤੇ ਪਹੁੰਚੇ ਹਾਂ। ਇਹ ਬਹੁਤ ਇੰਪੋਰਟੈਂਟ ਹੈ ਔਰ ਇਨਫੈਕਟ ਇਸ ਪੂਰੀ ਰਿਪੋਰਟ ਦਾ ਸਭ ਤੋਂ ਅਹਿਮ ਹਿੱਸਿਆਂ ਦੇ ਵਿੱਚੋਂ ਵੀ ਇੱਕ ਹੈ। ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਔਰ ਇੱਕ ਵਾਰੀ ਗੱਡੀ ਰੁਕੇ, ਮੈਂ ਉਤਰਦਾ। ਦਰਅਸਲ ਇੱਥੇ ਪੂਰਾ ਜਿਹੜਾ ਇੱਥੇ ਇੱਕ ਤਾਂ ਪੈਟਰੋਲਿੰਗ ਹੋ ਰਹੀ ਹੈ, ਅਲੱਗ-ਅਲੱਗ ਟਰੂਪਸ ਅਸੀਂ ਤੁਹਾਨੂੰ ਦਿਖਾਈਆਂ ਨੇ। ਉਸ ਤੋਂ ਬਾਅਦ ਇਹ ਪੂਰਾ ਬਾਰਡਰ ਫੈਂਸਿੰਗ ਦੇ ਨਾਲ ਜਿਹੜੇ ਡਿਜੀਟਲੀ ਵੀ ਮੋਨੀਟਰ ਕੀਤਾ ਜਾ ਰਿਹਾ, ਸਰਵੇਲੈਂਸ ਦੇ ਥਰੂ। ਇੱਥੇ ਕੈਮਰਾਜ਼ ਹਰ ਜਗ੍ਹਾ ਤੇ ਨੇ ਔਰ ਉਹਨਾਂ ਕੈਮਰਿਆਂ ਦੇ ਜ਼ਰੀਏ ਵੀ ਬਾਰਡਰ ਦੇ ਉੱਤੇ ਹਰ ਇੱਕ ਮੂਵਮੈਂਟ ਤੇ ਨਜ਼ਰ ਰੱਖੀ ਜਾਂਦੀ ਹੈ। ਤੁਸੀਂ ਬਹੁਤ ਵਾਰੀ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਜਦੋਂ ਕੋਈ ਇਨਫਿਲਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਦੀ ਕੋਈ ਵੀਡੀਓ ਆ ਜਾਂਦੀ ਹੈ, ਜਿਹੜੇ ਨਾਈਟ ਵਿਜ਼ਨ ਕੈਮਰਾਜ਼ ਲੱਗੇ ਹੁੰਦੇ ਨੇ। ਦੇਰ ਰਾਤ ਦਾ ਟਾਈਮ ਹੈ, ਥੋੜੀ ਬਿਜਲੀ ਵੀ ਚਮਕ ਰਹੀ ਹੈ, ਹੋ ਸਕਦਾ ਕਿ ਬਾਰਿਸ਼ ਵੀ ਜਲਦੀ ਆ ਜਾਵੇ। ਔਰ ਇਸ ਫੈਂਸਿੰਗ ਦੇ ਅਸੀਂ ਬਿਲਕੁਲ ਨਾਲ ਆਏ ਕਿ ਇੱਕ ਛੋਟਾ ਜਿਹਾ ਕੰਟਰੋਲ ਰੂਮ ਵੀ ਬਣਿਆ ਹੋਇਆ ਜਿੱਥੋਂ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਪੈਣੀ ਨਜ਼ਰ ਰੱਖੀ ਜਾਂਦੀ ਹੈ। ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਉੱਪਰ ਚਲੀਏ ਇੱਕ ਵਾਰੀ ਔਰ ਕੁਝ ਤਸਵੀਰਾਂ ਤੁਹਾਨੂੰ ਦਿਖਾਈਏ। ਕੈਮਰੇ ਔਰ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਵਾਂ, ਜਿਹੜੇ ਇਹ ਪੋਲ ਲੱਗੇ ਹੋਏ ਨੇ, ਹਰ ਪੋਲ ਦੇ ਉੱਤੇ ਕੈਮਰੇ ਹੋਣਗੇ ਔਰ ਇਹਨਾਂ ਕੈਮਰਿਆਂ ਦੇ ਜ਼ਰੀਏ ਬਿਲਕੁਲ ਮੋਨੀਟਰ ਕੀਤਾ ਜਾਂਦਾ ਹੈ। ਮੈਂ ਬਹੁਤ ਕਲੋਜ਼ ਤੋਂ ਕੈਮਰੇ ਇਸ ਕਰਕੇ ਵੀ ਦਿਖਾ ਰਿਹਾ ਕਿਉਂਕਿ ਕੈਮਰੇ ਸਾਨੂੰ ਪਤਾ ਔਰ ਬਹੁਤ ਹਾਈ ਡੈਫੀਨੇਸ਼ਨ ਦੇ ਕੈਮਰੇ ਹੁੰਦੇ ਨੇ, ਤਾਂ ਕਿ ਕੋਈ ਹਲਕੀ ਜਿਹੀ ਵੀ ਮੂਵਮੈਂਟ ਹੁੰਦੀ ਹੈ, ਜਿਹੜੇ ਨਾਈਟ ਵਿਜ਼ਨ ਕੈਮਰੇ ਨੇ ਉਹਨਾਂ ਦੇ ਜ਼ਰੀਏ ਵੀ ਕੈਮਰੇ ਇਸ ਕਰਕੇ ਵੀ ਨਹੀਂ ਦਿਖਾ ਰਹੇ। ਨੈਸ਼ਨਲ ਸਿਕਿਉਰਿਟੀ ਨੂੰ ਇਹਨਾਂ ਗੱਲਾਂ ਦੇ ਨਾਲ ਵੀ ਥ੍ਰੈਟ ਹੋ ਸਕਦਾ ਹੈ, ਇਸ ਕਰਕੇ ਅਸੀਂ ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖ ਰਹੇ ਹਾਂ। ਉੱਪਰ ਚੱਲਦੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਕੁਝ ਤਸਵੀਰਾਂ ਦੇ ਜ਼ਰੀਏ ਵੀ ਚੀਜ਼ਾਂ ਤੁਹਾਡੇ ਤੱਕ ਪਹੁੰਚਾ ਸਕੀਏ। ਆਓ ਅਸੀਂ ਕੰਟਰੋਲ ਰੂਮ ਵਾਲੇ ਪਾਸੇ ਵਧੀਏ। ਤਾਂ BSF ਦਾ ਕੰਟਰੋਲ ਰੂਮ ਹੈ ਜਿੱਥੇ ਹੁਣ ਅਸੀਂ ਜਾਣ ਜਾ ਰਹੇ ਹਾਂ ਔਰ BSF ਦੇ ਇਸ ਕੰਟਰੋਲ ਰੂਮ ਦੇ ਜ਼ਰੀਏ ਫੈਂਸਿੰਗ ਬਿਲਕੁਲ, ਮੈਂ ਇੱਕ ਵਾਰੀ ਪਹਿਲਾਂ ਤੁਹਾਨੂੰ ਇੱਥੋਂ ਤਸਵੀਰ ਪਿੱਛੇ ਦਿਖਾਣਾ ਹੈ। ਤੁਹਾਨੂੰ ਪਿੱਛੇ ਫੈਂਸਿੰਗ ਨਜ਼ਰ ਆ ਰਹੀ ਹੋਵੇਗੀ, ਸੰਦੀਪ ਮੇਰੇ ਸਹਿਯੋਗੀ ਦਿਖਾਣਗੇ। ਉਹ ਦੂਰ ਤੱਕ ਤੁਹਾਨੂੰ ਫੈਂਸਿੰਗ ਨਜ਼ਰ ਆ ਰਹੀ ਹੈ। ਇੱਥੋਂ ਇੱਕ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਪੁਆਇੰਟ ਬਣਾਇਆ ਗਿਆ ਜਿੱਥੋਂ ਪੂਰੇ ਇਲਾਕੇ ਦੇ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ। ਪੂਰੀਆਂ ਲਾਈਟਾਂ ਦੂਰ ਤੱਕ ਇਹ ਪੂਰਾ ਜਗਮਗ ਹੋਇਆ ਪੂਰਾ ਫੈਂਸਿੰਗ ਜਾਂ ਬਾਰਡਰ। ਔਰ ਇਸ ਪੂਰੀ ਫੈਂਸਿੰਗ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਦੂਸਰੇ ਪਾਸੇ ਮੈਂ ਰਾਈਟ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰਾਂ, ਬਿਲਕੁਲ ਧੁੱਪ ਹਨੇਰਾ ਹੈ। ਇਹ ਭਾਰਤ ਵਾਲਾ ਪਾਸਾ ਹੈ, ਇੱਥੇ ਵੀ ਕਾਫੀ ਹੱਦ ਤੱਕ ਅਲੱਗ-ਅਲੱਗ ਥਾਵਾਂ ਦੇ ਉੱਤੇ ਤੁਹਾਨੂੰ ਲਾਈਟਾਂ ਨਜ਼ਰ ਆਉਣਗੀਆਂ। ਅਸੀਂ ਹੁਣ ਅੰਦਰ ਚੱਲਦੇ ਹਾਂ ਜਿੱਥੇ ਪੂਰਾ ਕੰਟਰੋਲ ਰੂਮ ਬਣਾਇਆ ਗਿਆ, ਸਮਝਣ ਦੀ ਕੋਸ਼ਿਸ਼ ਕਰਾਂਗੇ। ਔਰ ਮੈਂ ਦੁਬਾਰਾ ਕਹਿ ਰਿਹਾ ਕਿ ਅਸੀਂ ਕੈਮਰੇ ਨਹੀਂ ਦਿਖਾਵਾਂਗੇ ਸਿਕਿਉਰਿਟੀ ਰੀਜ਼ਨਸ ਦੀ ਵਜ੍ਹਾ ਦੇ ਨਾਲ। ਔਰ ਸੰਦੀਪ ਨੂੰ ਮੈਂ ਕਹਾਂਗਾ ਕਿ ਸੰਦੀਪ ਇਸ ਸਾਈਡ ਜ਼ਰੂਰ ਆ ਜਾਓ ਤੁਸੀਂ। ਇੱਥੇ 2 LEDs लगाई गई ने जिन्हों के जरिए ये पूरा कंट्रोल किया जाता है। सर ये आप दिखा सकते हैं, ये फेंसिंग दिख रही है, हम कहाँ तक इस कैमरे के जरिए देखेंगे? तो एक कैमरा जिसके जरिए पूरे तुसी कह सकते हो कि पूरे इलाके के उत्ते नज़र रखी जाती है। बिल्कुल एक फेंसिंग नज़र आ रही है सानू। सर इसको थोड़ा और रोटेट कर पाएंगे? हाँ जी, किसी भी साइड ले जाइए। यहाँ दिख रहा है, अब दूसरी साइड ले जाइए। एक तरफ फेंसिंग तो एक्सट्रीम दिखाई है, थोड़ा धीरे धीरे करना पड़ेगा। और हम तस्वीरों के जरिए तो ये तो तस्वीर नज़र आ रही है। थोड़ा सा अगर जूम कर पाएँ, बहुत हाई डेफिनेशनस कैमरे होंगे ने और इन्हां दे उत्ते जेकर कोई हल्की जी भी मूवमेंट नज़र आती है और फोकस के ऊपर भी क्लिक एक बार अगर सर कर पाएँ नीचे वाले, हाँ जी फोकस। तो ये मूवमेंट जेकर रात को नज़र आती है तो हल्की जी भी मूवमेंट होएगी, ये अपन तस्वीरों के नज़र आएगी। और मैं प्लीज़ रिक्वेस्ट करूँगा सर थोड़ा सा और अगर हम दिखा पाएँ कैमरा कि किस तरीके से हम रोटेट कर सकते हैं राइट साइड। जी हाँ बिल्कुल, अब पूरा कैमरा पूरे इलाके को कवर कर रहा है। तो ये तस्वीर जो दर्शक साडे देख पा रहे हो, इत्थों रावी दरिया निकलता है। असी बिल्कुल रावी दरिया के बिल्कुल नाल खड़े, इत्थों पिछों रावी दरिया निकल रहा है और रावी के इस वाले पासे हिंदुस्तान है, रावी के दूजे पासे पाकिस्तान है। और रावी के इधरले पासे असी पूरी अपनी जी डिफेंस लाइन है BSF ने मजबूत की हुई है। इन्होंने कैमरिਆਂ के जरिए भी एक स्क्रीन ही लगी हुई है, एक वो दूसरे पासे भी स्क्रीन तो नज़र आ रही होगी। उत्थे जे हल्की जी भी इनफिल्ट्रेशन की कोई कोशिश होंगी है, कुछ भैड़ की कोशिश होंगी है तो उस कैमरे के तुसी देख सकते हो उत्थे बिल्कुल उसी टाइम हलचल उत्थे नज़र आएगी। बहुत सारिया शायद तुसी वीडियोज़ देखिया होण तो वो जी इनफिल्ट्रेशन होंदी है कई बार बेसिकली एक टैक्नोलॉजी के उपर है कि जी ह्यूमन बॉडी हीट छड्डदी है, वो जिवें हीट डिटैक्ट होंदी है इस कैमरे नूं तो उत्थे वो शो होना शुरू हो जाती है। तो वो कैमरा उस दे लई लगाया गया। ये दोनों असीं तुहानूं दिखा रहे हैं और इस तरीके नाल पूरी सरहद नूं नज़र दे विच रखिया जाता है और 24/7 साल दे सारे दिन और हर एक अपडेट भी इत्थे नाल दी नाल पहुँचती है। तो असीं ये भी कोशिश की है, थोड़ा होर अगे चलांगे और अगे भी होर दिखाने की कोशिश करांगे। कंट्रोल रूम है जिथों पूरा ऑपरेट किया जाता है और उस दे जरिए ही ये तुसीं कह सकते हो कि नज़र रखी जाती है। ਪੈਟਰੋਲਿੰਗ ਦੇ ਨਾਲ ਜਦੋਂ ਅਸੀਂ ਪੂਰੇ ਕਾਫਲੇ ਦੇ ਨਾਲ ਅੱਗੇ ਵਧ ਰਹੇ ਹਾਂ BSF ਦੇ ਜਵਾਨਾਂ ਦੇ ਨਾਲ ਤੇ ਇਸ ਵਿਚਾਲੇ ਸਾਨੂੰ ਇਹ ਪਿੱਛੇ ਬਹੁਤ ਵੱਡਾ ਗੇਟ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ, ਇਹ ਦੇਖਿਆ ਹੈ। ਦਰਅਸਲ ਇਹ ਦੋਵੇਂ ਪਾਸੇ ਫੈਂਸਿੰਗ ਹੈ
ਤੇ ਉਸ ਵਿਚਾਲੇ ਇੱਕ ਵੱਡਾ ਗੇਟ ਹੈ। ਇਹ ਗੇਟ ਖੁੱਲੇਗਾ ਤਾਂ ਸਾਹਮਣੇ ਪਾਕਿਸਤਾਨ ਹੈ। ਇਹ ਗੇਟ ਬੇਸਿਕਲੀ ਇਸ ਲਈ ਹੀ ਲਗਾਇਆ ਗਿਆ ਹੈ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਕਿਸਾਨ ਨੇ ਉਹਨਾਂ ਦੀ ਜ਼ਮੀਨ ਤਾਰ ਤੋਂ ਪਾਰ ਹੈ। ਇਹ ਫੈਂਸਿੰਗ ਤੋਂ ਪਾਰ ਉਹਨਾਂ ਦੀ ਜ਼ਮੀਨ ਹੈ, ਇਸ ਕਰਕੇ ਉਹਨਾਂ ਦੇ ਲਈ ਇਹ ਗੇਟ ਹੈ। ਔਰ ਇਸ ਤਾਰ ਪਾਰਲੀ ਜ਼ਮੀਨ ਦੇ ਉੱਤੇ ਕਿਸਾਨਾਂ ਨੂੰ ਭੇਜਿਆ ਜਾਂਦਾ ਤਾਂ ਕਿ ਉਹ ਖੇਤੀ ਕਰ ਸਕਣ। ਹਾਲਾਂਕਿ ਉਹਨਾਂ ਦੇ ਲਈ ਟਾਈਮ ਫਿਕਸ ਕੀਤੇ ਗਏ ਨੇ ਕਿ ਕਦੋਂ ਉਹ ਜਾ ਸਕਦੇ ਨੇ। ਕਾਬਿਲੇ ਗੌਰ ਇਹ ਵੀ ਹੈ ਕਿ ਜਦੋਂ ਕਿਸਾਨ ਸਵੇਰੇ ਐਂਟਰ ਕਰਦੇ ਨੇ ਤਾਂ ਉਹਨਾਂ ਦੀ ਬਾਇਓਮੈਟ੍ਰਿਕ ਲਿਆ ਜਾਂਦਾ, ਉਹਨਾਂ ਦੇ ਅੰਗੂਠੇ ਦੇ ਨਿਸ਼ਾਨ ਲਏ ਜਾਂਦੇ ਨੇ ਤਾਂ ਕਿ ਜਦੋਂ ਵਾਪਸ ਆਉਣ ਤਾਂ ਕਲੀਅਰ ਹੋ ਸਕੇ ਕਿ ਜੋ ਸ਼ਖਸ ਗਿਆ ਸੀ ਉਹੀ ਸ਼ਖਸ ਵਾਪਸ ਆਇਆ। ਇਹ ਸਿਕਿਉਰਿਟੀ ਰੀਜ਼ਨਸ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਹ ਗੇਟ ਦੇ ਵਿੱਚ ਵੀ ਸਾਨੂੰ ਨਜ਼ਰ ਆਇਆ। ਇਹ ਵੀ ਇੱਕ ਸਿਕਿਉਰਿਟੀ ਦਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਅਹਿਮ ਪੜਾਅ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਦੇਸ਼ ਦੇ ਬਾਰਡਰਸ ਨੇ ਉਹਨਾਂ ਦੇ ਉੱਤੇ ਤਾਰ-ਪਾਰ ਦੇ ਜ਼ਮੀਨ ਜਿਹੜੀ ਭਾਰਤ ਦੀ ਉਹ ਹੈ, ਭਾਰਤ ਦੇ ਲੋਕਾਂ ਦੀ ਹੈ, ਉਹਨੂੰ ਵੀ ਕਿਸ ਤਰੀਕੇ ਨਾਲ ਹੈਂਡਲ ਕਰਨਾ ਹੈ। ਉਹ ਵੀ BSF ਨੇ ਬਹੁਤ ਬਾਖੂਬੀ ਇੱਥੇ ਰੋਲ ਪਲੇ ਕੀਤਾ ਹੈ, ਨਾ ਸਿਰਫ ਸੁਰੱਖਿਆ ਨੂੰ ਬਲਕਿ ਲੋਕਾਂ ਦੀ ਸਹੂਲਤਾਂ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਹੋਇਆ ਹੈ। ਅੱਗੇ ਵਧਦੇ ਹਾਂ ਤੇ ਹੋਰ ਪੈਟਰੋਲਿੰਗ ਦੇ ਵਿੱਚ ਦੇਖਾਂਗੇ ਕੀ ਕੁਝ ਸਾਨੂੰ ਨਜ਼ਰ ਆਉਂਦਾ। ਤੇ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਮਹਿਲਾ BSF ਦੇ ਬਾਈਕਰਸ, ਈਵਨ ਮੇਲ ਜੋ ਜਵਾਨ ਨੇ ਉਹ ਵੀ ਮੌਜੂਦ ਨੇ। ਤੁਹਾਨੂੰ ਅਸੀਂ ਵਿਖਾਇਆ ਕਿ ਕਿਸ ਕਿਸਮ ਦੇ ਨਾਲ ਹਾਰਡਸ਼ਿਪਸ ਨੂੰ ਓਵਰਕਮ ਕਰਦੇ ਹੋਏ, ਚੁਣੌਤੀਆਂ ਨੂੰ ਓਵਰਕਮ ਕਰਦੇ ਹੋਏ ਇਹਨਾਂ ਦੇਸ਼ ਦੇ ਜਵਾਨਾਂ ਦੇ ਲਈ ਜੋ ਹੈ BSF ਦੇ ਯਾਨੀ ਬਾਰਡਰ ਸਿਕਿਉਰਿਟੀ ਫੋਰਸ ਹੈ ਜਿਨ੍ਹਾਂ ਦੇ ਵੱਲੋਂ ਦੇਸ਼ ਦੀ ਸਰਹੱਦ ਦੀ ਰਾਖੀ ਕੀਤੀ ਜਾਂਦੀ ਹੈ ਤੇ ਇਹਨਾਂ ਦੀ ਪੈਟਰੋਲਿੰਗ ਇੰਝ ਹੀ ਜਾਰੀ ਰਹੇਗੀ। ਅਸੀਂ ਇਹਨਾਂ ਤੋਂ ਇਜਾਜ਼ਤ ਲਵਾਂਗੇ। ਫੈਂਸਿੰਗ ਆਲਰੇਡੀ ਬਹੁਤ ਮਜ਼ਬੂਤ ਸਾਨੂੰ ਨਜ਼ਰ ਆ ਰਹੀ ਹੈ। ਬਿਲਕੁਲ ਇਸ ਦੇ ਵਿੱਚ ਕਰੰਟ ਹੈ ਕਿ ਜੇ ਹੱਥ ਵੀ ਲਗਾਇਆ ਤਾਂ ਜਾਨ ਗਈ, ਪਰ ਬਾਵਜੂਦ ਇਸ ਦੇ ਬਹੁਤ ਟੈਕਨੀਕਲੀ ਇਹ ਕਹੀਏ ਕਿ ਸਮਾਰਟ ਕੰਮ ਵੀ ਕੀਤਾ ਗਿਆ BSF ਦੇ ਵੱਲੋਂ ਕਿਉਂਕਿ ਪਾਈਪ ਦੇ ਜ਼ਰੀਏ ਵੀ ਦੂਸਰੇ ਪਾਸੇ ਤੋਂ ਇੱਧਰ ਕੁਝ ਨਾ ਕੁਝ ਸਮਗਲ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਇਸ ਕਰਕੇ ਇਹ ਬੋਟਲਸ ਲਗਾਈਆਂ ਗਈਆਂ। ਇੱਕ ਬੋਟਲ ਤੁਹਾਨੂੰ ਨਜ਼ਰ ਆ ਰਹੀ ਹੈ, ਥੋੜਾ ਜਿਹਾ ਮੈਂ ਹੋਰ ਅੱਗੇ ਜਾਵਾਂਗਾ ਕਿ ਹੋਰ ਤੁਹਾਨੂੰ ਬੋਟਲ ਦਿਖਾ ਸਕਾਂ ਕਿ ਇਹ ਬੋਟਲਸ ਆਖਿਰ ਇਹਨਾਂ ਤਾਰਾਂ ਦੇ ਉੱਤੇ ਕਿਉਂ ਟੰਗੀਆਂ ਗਈਆਂ ਨੇ। ਤਾਂ ਇੱਕ ਹੋਰ ਬੋਟਲ ਤੁਹਾਨੂੰ ਨਜ਼ਰ ਆ ਰਹੀ ਹੈ ਜੋ ਮੈਂ ਕਹਿ ਰਿਹਾ ਸੀ ਕਿ ਬਹੁਤ ਸਮਾਰਟਲੀ ਵੀ ਚੀਜ਼ਾਂ ਪਲੇ ਕੀਤੀਆਂ ਗਈਆਂ ਨੇ, ਬਹੁਤ ਸਮਾਰਟਲੀ ਇਸ ਸਿਕਿਉਰਿਟੀ ਨੂੰ ਵਧਾਉਣ ਦੀ ਕੋਸ਼ਿਸ਼ ਹੈ। ਦਰਅਸਲ ਜਿਵੇਂ ਹੀ ਕੋਈ ਇਸ ਫੈਂਸਿੰਗ ਦੇ ਵਿੱਚ ਕੋਈ ਚੀਜ਼ ਜਾਂ ਫਿਰ ਕੋਈ ਵੜਨ ਦੀ ਕੋਸ਼ਿਸ਼ ਕਰਦਾ ਹੈ ਜਾਂ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਬੋਟਲ ਤਾਰ ਦੇ ਨਾਲ ਵੱਜ ਕੇ, ਕਈ ਥਾਵਾਂ ਤੇ ਡਬਲ ਬੋਟਲ ਹੈ, ਆਪਸ ਦੇ ਵਿੱਚ ਵੱਜ ਕੇ ਆਵਾਜ਼ ਕਰਦੀਆਂ ਨੇ ਤਾਂ ਉਹ ਦੂਰ ਤੱਕ ਇੱਕ ਮੈਸੇਜ ਹੋ ਜਾਂਦਾ ਹੈ ਕਿ ਜੇ ਬੋਟਲ ਦੀ ਆਵਾਜ਼ ਆਈ ਹੈ ਤਾਂ ਇਸ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੋਈ ਗੜਬੜ ਹੈ। ਹੋ ਸਕਦਾ ਕਿ ਕੋਈ ਜਿਹੜਾ ਜਾਨਵਰ ਹੈ ਉਸ ਦੀ ਵਜ੍ਹਾ ਦੇ ਨਾਲ ਹੋਈ ਹੋਵੇ, ਬਟ ਸਟਿਲ ਚਾਂਸ ਤਾਂ BSF ਨਹੀਂ ਲੈ ਸਕਦੀ। ਇਸ ਕਰਕੇ ਇਹ ਬਿਲਕੁਲ ਮੁਸਤੈਦੀ ਰੱਖੀ ਗਈ ਹੈ। ਤੁਹਾਨੂੰ 10-10 ਫੁੱਟ 10-10 ਮੀਟਰ ਦੇ ਉੱਤੇ ਇਹ ਬੋਟਲਸ ਨਜ਼ਰ ਆਉਣਗੀਆਂ। ਜਿਵੇਂ ਕੋਈ ਕੋਸ਼ਿਸ਼ ਕਰਦਾ ਇਨਫਿਲਟ੍ਰੇਸ਼ਨ ਦੀ ਜਾਂ ਫਿਰ ਕੋਈ ਸਮਗਲ ਕਰਨ ਦੀ ਤਾਂ ਉਸ ਸਮੇਂ ਇਹ ਬੋਟਲ ਵੀ ਵਾਈਬ੍ਰੇਟ ਕਰਦੀਆਂ ਨੇ ਜਾਂ ਬੋਟਲ ਵੱਜ ਕੇ ਤਾਰ ਦੇ ਨਾਲ ਵੱਜ ਕੇ ਆਵਾਜ਼ ਕਰਦੀਆਂ ਨੇ ਔਰ ਅੱਗੇ ਤੱਕ ਆਵਾਜ਼ ਜਿਹੜੀ ਪਾਸ ਹੁੰਦੀ ਹੈ ਕਿਉਂਕਿ ਥੋੜੀ ਦੂਰੀ ਤੇ ਤੁਹਾਨੂੰ BSF ਦੇ ਜਵਾਨ ਨਜ਼ਰ ਆਉਂਦੇ ਨੇ। ਤਾਂ ਇਹ ਵੀ ਇੱਕ ਤਰੀਕਾ ਜ਼ਰੂਰ ਸਿਕਿਉਰਿਟੀ ਦਾ। ਇੱਕ ਹੋਰ ਬਹੁਤ ਅਹਿਮ ਪੁਆਇੰਟ, ਜਿੱਥੇ ਅਸੀਂ ਘੁੰਮ ਰਹੇ ਹਾਂ ਇਹ ਤੁਹਾਨੂੰ ਘਾਹ ਨਜ਼ਰ ਆ ਰਿਹਾ ਹੈ। ਇਸ ਵਾਲੇ ਪਾਸੇ ਦੇਖੋ ਬਿਲਕੁਲ ਘਾਹ ਹੈ ਔਰ ਮੇਰੇ ਤੁਸੀਂ ਫੈਂਸਿੰਗ ਵਾਲੇ ਸਾਈਡ ਦੇਖੋ ਬਿਲਕੁਲ ਘਾਹ ਨਜ਼ਰ ਆ ਰਿਹਾ ਹੈ। ਅੰਦਰ ਦੇਖੋ ਘਾਹ ਹੈ। ਇੱਥੇ ਸੱਪ ਬਹੁਤ ਹੁੰਦੇ ਨੇ। ਇਹ ਬਹੁਤ ਇੰਪੋਰਟੈਂਟ ਔਰ ਬਹੁਤ ਮੇਜਰ ਇਸ ਬਾਰਡਰ ਸਿਕਿਉਰਿਟੀ ਦੇ ਸਾਹਮਣੇ, ਬਾਰਡਰ ਸਿਕਿਉਰਿਟੀ ਫੋਰਸ ਦੇ ਸਾਹਮਣੇ ਇੱਕ ਚੈਲੰਜ ਹੁੰਦਾ ਹੈ। ਔਰ ਸੱਪ ਇੱਥੇ ਕਿਹੜੇ ਹੁੰਦੇ ਨੇ? ਅਧਿਕਾਰੀਆਂ ਨਾਲ ਸਾਡੀ ਗੱਲ ਹੋਈ ਹੈ, ਕੋਬਰਾ। ਇਨਫੈਕਟ ਜਦੋਂ ਮੈਂ ਕਾਰ ਦੇ ਵਿੱਚੋਂ ਜਿੰਨੀ ਵਾਰ ਵੀ ਨੀਚੇ ਉਤਰੇ ਹਾਂ ਔਰ ਜਿੰਨੀ ਵਾਰ ਵੀ ਨੀਚੇ ਉਤਰ ਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਨੂੰ ਹਰ ਵਾਰੀ ਅਲਰਟ ਕੀਤਾ ਗਿਆ ਕਿ ਗੌਰਵ ਧਿਆਨ ਰੱਖੋ ਨੀਚੇ ਸੱਪ ਹੋ ਸਕਦਾ ਔਰ ਇੱਥੇ ਕੋਬਰਾ ਸੱਪ ਹੁੰਦੇ ਨੇ। ਇਸ ਕਰਕੇ ਅਸੀਂ ਬਹੁਤ ਧਿਆਨ ਦੇ ਨਾਲ ਹੁਣ ਤੱਕ ਪੂਰੀ ਪੈਟਰੋਲਿੰਗ ਦੇ ਵਿੱਚ ਰਹੇ ਹਾਂ ਔਰ ਸਾਨੂੰ ਨਾਲ BSF ਦੇ ਜਵਾਨਾਂ ਨੇ ਵੀ ਗਾਈਡ ਕੀਤਾ ਹੈ। ਤਾਂ ਇਹ ਬਹੁਤ ਵੱਡਾ ਚੈਲੰਜ ਹੈ। ਹਾਲਾਂਕਿ BSF ਦੇ ਜਵਾਨਾਂ ਨੇ ਇਹ ਵੀ ਕਲੀਅਰ ਕਰਤਾ ਕਿ ਜੇਕਰ ਸਾਨੂੰ ਰੋਜ਼ ਦਿਖਦੇ ਹਾਂ ਸੱਪ ਤਾਂ ਅਸੀਂ ਰੁਕ ਜਾਂਦੇ ਹਾਂ ਔਰ ਨਿਕਲ ਜਾਂਦੇ ਹਾਂ। ਅੱਛਾ, ਜੇ ਖੁਦਾ ਨਾ ਖਾਸਤਾ ਰੱਬ ਨਾ ਕਰੇ ਕਿ ਕਿਸੇ ਸੱਪ ਨੇ BSF ਦੇ ਜਵਾਨ ਨੂੰ ਡੰਗਿਆ ਤਾਂ ਫਿਰ ਕੀ ਹੋਏਗਾ। ਤਾਂ BSF ਦਾ ਬੇਸ ਕੈਂਪ ਇੱਥੋਂ ਬਹੁਤ ਹੀ ਨਜ਼ਦੀਕ ਹੁੰਦਾ ਹੈ ਔਰ ਵਿਦਿਨ ਫਿਊ ਸੈਕਿੰਡਸ ਤੁਸੀਂ ਕਹਿ ਸਕਦੇ ਹੋ ਕਿ BSF ਦੇ ਜਵਾਨ ਇੱਥੇ ਪਹੁੰਚ ਜਾਂਦੇ ਨੇ ਔਰ ਹਰ ਤਰ੍ਹਾਂ ਦੀ ਉਹਨਾਂ ਦੇ ਕੋਲ ਮੈਡੀਸਿਨਸ ਨੇ। ਜੇਕਰ ਸੱਪ ਕੱਟਦਾ ਤਾਂ ਫਿਰ ਉਸ ਦੇ ਲਈ ਕੀ ਐਕਸ਼ਨ ਪਲਾਨ ਹੋਣਾ ਚਾਹੀਦਾ। ਤਾਂ ਇਹ ਬਹੁਤ ਵੱਡਾ ਇੱਕ ਅਹਿਮ ਰੋਲ ਹੈ ਜਾਂ ਕਹੀਏ ਕਿ ਅਹਿਮ ਪੁਆਇੰਟ ਹੈ ਜੋ BSF ਦੇ ਜਵਾਨਾਂ ਨੂੰ ਰੋਜ਼ ਜਿਸ ਦੇ ਨਾਲ ਦੋ ਚਾਰ ਹੋਣਾ ਪੈਂਦਾ ਹੈ। ਤਾਂ ਅਸੀਂ ਅੱਗੇ ਵਧਦੇ ਹਾਂ ਪੈਟਰੋਲਿੰਗ ਵਾਲੇ ਪਾਸੇ ਤੋਂ। ਅੱਗੇ ਅਸੀਂ ਹੁਣ ਬੇਸ ਕੈਂਪ ਵਾਲੇ ਪਾਸੇ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਔਰ BSF ਦੇ ਜਵਾਨ ਜਿਹੜੇ ਹੈਗੇ ਨੇ ਉਹਨਾਂ ਨਾਲ ਅਸੀਂ ਖੂਬ ਗੱਲਬਾਤ ਕੀਤੀ ਹੈ। ਹਾਲਾਂਕਿ ਉਹ ਕੈਮਰੇ ਦੇ ਉੱਤੇ ਬਾਰਡਰ ਦੇ ਨਾਲ ਜਿਹੜੇ ਲੱਗੇ ਹੁੰਦੇ ਨੇ, ਬਾਰਡਰ ਦੇ ਉੱਤੇ ਤੈਨਾਤ ਹੁੰਦੇ ਨੇ, ਉਹ ਕੈਮਰੇ ਤੇ ਗੱਲ ਨਹੀਂ ਕਰਦੇ, ਪਰ ਆਫ ਦਾ ਰਿਕਾਰਡ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ। ਇੱਕ ਮੈਂ ਹੋਰ ਚੀਜ਼ ਕਲੀਅਰ ਕਰਾਂ, ਆਮ ਤੌਰ ਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਆਪਾਂ ਨੂੰ ਲੱਗਦਾ ਕਿ ਆਰਮੀ ਨੇ ਮੋਰਚਾ ਸੰਭਾਲਿਆ ਹੋਇਆ ਹੈ, ਕਿ ਬਾਰਡਰ ਦੇ ਉੱਤੇ ਆਰਮੀ ਨੇ ਮੋਰਚਾ ਸੰਭਾਲਿਆ ਹੋਇਆ। ਦੋਵੇਂ ਦੇਸ਼ ਦੇ ਜਵਾਨ ਨੇ, ਚਾਹੇ ਆਰਮੀ ਹੋਵੇ ਚਾਹੇ BSF ਹੋਵੇ, ਪਰ ਜਿਹੜੀ ਬਾਰਡਰ ਦੇ ਉੱਤੇ ਫਰਸਟ ਲਾਈਨ ਆਫ ਡਿਫੈਂਸ ਹੈ ਉਹ BSF ਹੈ। BSF ਬਾਰਡਰ ਸਿਕਿਉਰਿਟੀ ਫੋਰਸ, ਉਹਨਾਂ ਦਾ ਨਾਮ ਹੀ ਬਾਰਡਰ ਸਿਕਿਉਰਿਟੀ ਫੋਰਸ ਹੈ।
ਜਿਹੜੇ ਦੇਸ਼ ਦੇ ਅਹਿਮ ਬਾਰਡਰਸ ਨੇ ਖਾਸ ਤੌਰ ਤੇ ਇੰਡੀਆ ਪਾਕਿਸਤਾਨ ਦਾ, ਉਹਨੂੰ ਟੋਟਲੀ ਪ੍ਰੋਟੈਕਟ ਕਰਦੀ ਹੈ BSF ਦੇ ਵੱਲੋਂ। ਇਸ ਪੂਰੇ ਬਾਰਡਰ ਨੂੰ ਜੋ ਪੰਜਾਬ ਤੋਂ ਲੈ ਕੇ ਤੁਸੀਂ ਰਾਜਸਥਾਨ ਤੇ ਦੂਜੇ ਪਾਸੇ ਗੁਜਰਾਤ ਤੱਕ ਪਹੁੰਚ ਗਏ ਤੇ ਇਧਰੋਂ ਜੰਮੂ ਕਸ਼ਮੀਰ ਪਹੁੰਚ ਗਏ, ਪੂਰਾ ਬਾਰਡਰ ਜਿਹੜਾ ਹੈਗਾ ਇਹ ਸਾਰਾ BSF ਦੇ ਕੋਲ ਹੁੰਦਾ। ਇਸ ਕਰਕੇ BSF ਦੇ ਜਵਾਨ ਜੋ ਦਿਨ ਰਾਤ ਇੱਥੇ ਲੱਗੇ ਰਹਿੰਦੇ ਨੇ ਉਹਨਾਂ ਨੂੰ ਸਲੂਟ ਤਾਂ ਜ਼ਰੂਰ ਬਣਦਾ ਹੈ। ਪੈਟਰੋਲਿੰਗ 'ਚ ਅਸੀਂ ਅੱਗੇ ਵਧਦੇ ਹਾਂ, ਬਹੁਤ ਸਾਰੀਆਂ ਤਸਵੀਰਾਂ ਵੀ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਤੇ ਅਸੀਂ ਹੁਣ ਬੇਸ ਕੈਂਪ ਵਾਲੇ ਪਾਸੇ ਵੀ ਰੁਕ ਕਰਾਂਗੇ। ਤਾਂ ਪੈਟਰੋਲਿੰਗ ਪਾਰਟੀ ਦੇ ਨਾਲ ਸਾਡਾ ਇਹ ਪੂਰਾ ਸਫ਼ਰ ਅੱਜ ਕੰਪਲੀਟ ਹੋਇਆ ਹੈ ਔਰ ਕਰੀਬ ਤੁਸੀਂ ਦੇਖ ਸਕਦੇ ਹੋ ਅਸੀਂ ਪੂਰਾ ਫੈਂਸਿੰਗ ਜਿਹੜਾ ਘੁੰਮ ਕੇ ਤੁਹਾਡੇ ਤੱਕ ਤਸਵੀਰਾਂ ਪਹੁੰਚਾਈਆਂ ਨੇ। ਅਸੀਂ ਵਾਪਸ ਬੇਸ ਕੈਂਪ ਦੇ ਉੱਤੇ ਪਹੁੰਚ ਚੁੱਕੇ ਹਾਂ ਔਰ ਜਿਹੜੀਆਂ ਗੱਡੀਆਂ ਸਾਡੇ ਨਾਲ ਗਈਆਂ ਸੀ ਇਹ ਵਾਪਸ ਕੁਝ ਘੰਟੇ ਬਾਅਦ ਦੁਬਾਰਾ ਇਸ ਤਰੀਕੇ ਨਾਲ ਹੀ ਚੱਕਰ ਉੱਥੇ ਲਗਾਉਂਦੀਆਂ ਰਹਿੰਦੀਆਂ। ਇਨਫੈਕਟ ਸਰਬ ਵੀ ਆ ਗਈ। ਸਰਬ ਨੇ ਪੈਟਰੋਲਿੰਗ ਪਾਰਟੀ ਜਿਹੜੀ ਬਾਈਕ ਦੇ ਉੱਤੇ ਗਈ ਹੋਈ ਸੀ ਉਹਨਾਂ ਦੇ ਨਾਲ ਸਰਬ ਗਏ ਸੀ। ਸਰਬ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਹੈ? ਗੌਰਵ ਆ ਲਾਈਫ ਟਾਈਮ ਐਕਸਪੀਰੀਅੰਸ ਸੀਗਾ ਕਿ ਕਿਵੇਂ ਜੋ BSF ਦੇ ਜਵਾਨਾਂ ਦੇ ਵੱਲੋਂ ਜੋ ਦੇਸ਼ ਦੀ ਜੋ ਸੀਮਾ ਹੈ ਉਸ ਦੀ ਰਾਖੀ ਕੀਤੀ ਜਾਂਦੀ ਹੈ। ਤਾਂ ਬਿਲਕੁਲ ਲਾਈਫ ਟਾਈਮ ਐਕਸਪੀਰੀਅੰਸ ਸਭ ਦੇ ਲਈ ਹੈ ਔਰ ਸਾਨੂੰ ਇਜਾਜ਼ਤ ਦਿਓ ਮੇਰੇ ਸਹਿਯੋਗੀ ਸੰਦੀਪ ਔਰ ਵਿਨੋਦ ਦੇ ਨਾਲ। ਸਰਬ ਤੁਹਾਡਾ ਵੀ ਧੰਨਵਾਦ। ਇਨਫੈਕਟ BSF ਦੇ ਜਿੰਨੇ ਵੀ ਅਧਿਕਾਰੀ ਸਾਨੂੰ ਇੱਥੇ ਮਿਲੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ। ਬਹੁਤ ਉਹਨਾਂ ਨੇ ਕੋਆਪਰੇਟ ਕੀਤਾ ਔਰ ਹਰ ਇੱਕ ਚੀਜ਼ ਡਿਟੇਲਿੰਗ ਦੇ ਨਾਲ ਵੀ ਸਾਡੇ ਤੱਕ ਪਹੁੰਚਾਈ ਹੈ ਤਾਂ ਕਿ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ। ਫਿਲਹਾਲ ਮੈਨੂੰ ਇਜਾਜ਼ਤ ਦਿਓ। ਗੁਰਦਾਸਪੁਰ ਇੰਡੀਆ ਪਾਕਿਸਤਾਨ ਬਾਰਡਰ ਤੋਂ ਗੌਰਵ ਸ਼ੁਕਲਾ, ਨਿਊਜ਼ 18 ਪੰਜਾਬ ਦੇ ਲਈ।